ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਅਪਰ ਜਹਾਂ ਕਹਿ ਸੁਧ ਗਈ, ਸੁਨ ਸੁਨ ਸਭ ਬਿਸਮਾਏ। ਭਏ ਤਿਆਰ ਆਗਮਨ ਹਿਤ, ਸੰਬੰਧੀ ਸਮੁਦਾਏ। ਅਪਰ ਜਹਾਂ ਕਹਿ ਸੁਧ ਗਈ, ਸੁਨ ਸੁਨ ਸਭ ਬਿਸਮਾਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ ਅੰਤਰਯਾਮੀ, ਦੁੱਖਾਂ ਕਲੇਸ਼ਾਂ ਤੋਂ ਮੁਕਤੀ ਦਿਵਾਉਣ ਵਾਲੇ, ਧੰਨ ਧੰਨ ਅੰਤਰਯਾਮੀ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸਤਿਗੁਰੂ ਜੀ ਦਾ ਰੂਪ ਗੁਰੂ ਖਾਲਸਾ ਸੰਗਤ ਜੀ, ਆਪ ਜੀ ਭਾਗਾਂ ਵਾਲੇ ਹੋ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਗਰੀਬ ਨਵਾਜ ਜੀ ਦੇ ਸੋਹਣੇ ਦਰਸ਼ਨ ਕੀਤੇ ਹਨ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਗਰੀਬ ਨਵਾਜ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ 25 ਸਾਲਾਂ ਦੀ ਉਮਰ ਦੇ ਵਿੱਚ, ਜਵਾਨੀ ਦੀ ਉਮਰ ਦੇ ਵਿੱਚ ਆਪਣਾ ਸਰੀਰ ਤਿਆਗ ਗਏ। ਉਸ ਸਮੇਂ ਜੋ ਮਾਹੌਲ ਬਣਿਆ, ਗੁਰੂ ਦੇ ਸਿੱਖ ਨੇ ਆ ਕੇ ਮਹਾਰਾਜ ਜੀ ਨੂੰ ਦੱਸਿਆ, ਸੱਚੇ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਗਏ ਹਨ। ਮਹਾਰਾਜ ਮੁਖੀ ਸਿੱਖਾਂ ਨੂੰ ਲੈ ਕੇ ਉਸ ਪਾਸੇ ਆਏ ਹਨ। ਸਾਰਾ ਪਰਿਵਾਰ ਗੁਰੂ ਜੀ ਦਾ ਆਇਆ। ਸਾਰੀਆਂ ਸੰਗਤਾਂ ਬੈਰਾਗ ਕਰਨ ਲੱਗੀਆਂ ਹਨ। ਬਹੁਤ ਬੈਰਾਗ ਵਾਲਾ ਮਾਹੌਲ ਬਣ ਗਿਆ, ਕਿਉਂਕਿ ਕਿਸੇ ਦੇ ਚੇਤੇ ਵਿੱਚ ਵੀ ਨਹੀਂ ਸੀ ਵੀ ਮਹਾਂਪੁਰਖ ਬਾਬਾ ਜੀ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਦੇਣਗੇ। ਔਰ ਇੰਨੀ ਛੋਟੀ ਉਮਰ ਦੇ ਵਿੱਚ ਬਾਬਾ ਜੀ ਨੇ ਸਰੀਰ ਤਿਆਗਿਆ। ਬਹੁਤ ਸਾਰੇ ਗੁਰਸਿੱਖ ਤਾਂ ਇਹ ਸਮਝਦੇ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਤੋਂ ਬਾਅਦ ਗੁਰਤਾ ਗੱਦੀ ਜੋ ਹੈ ਉਹ ਵੀ ਬਾਬਾ ਗੁਰਦਿੱਤਾ ਜੀ ਨੂੰ ਹੀ ਦੇਣੀ ਹੈ। ਪਰ ਬਾਬਾ ਗੁਰਦਿੱਤਾ ਜੀ ਦਾ ਇਸ ਤਰੀਕੇ ਨਾਲ ਬੇਵਕਤ ਸਰੀਰ ਤਿਆਗ ਦੇਣਾ, ਸੰਗਤਾਂ ਦੇ ਵਿੱਚ ਬਹੁਤ ਵੱਡਾ ਬੈਰਾਗ ਦਾ ਦਰਿਆ ਹੀ ਵਹਿਣ ਲੱਗ ਪਿਆ। ਸਾਰੀਆਂ ਸੰਗਤਾਂ ਬੈਰਾਗ ਕਰਨ ਲੱਗ ਪਈਆਂ। ਗੁਰੂ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਸਰੀਰ ਦਾ ਇਸ਼ਨਾਨ ਕਰਾਉਣ ਦਾ ਹੁਕਮ ਕੀਤਾ। ਨਵੇਂ ਬਸਤਰ ਪਵਾਏ ਗਏ, ਚੰਦਨ ਦੀ ਚਿਖਾ ਚਿਣੀ ਅਤੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਜੀ। ਕੱਲ੍ਹ ਆਪ ਜੀ ਨੇ ਸਰਵਣ ਕੀਤਾ
ਜਿਹੜੀ ਬਾਬਾ ਜੀ ਨੇ ਆਪ ਦੇ ਸਰਾਣੇ ਉਹ ਨਿੰਮ ਦੀ ਸੋਟੀ ਗੱਡੀ ਸੀਗੀ। ਮਹਾਰਾਜ ਨੇ ਸਿੱਖਾਂ ਨੂੰ ਕਿਹਾ, ਸਿੱਖੋ ਇਹ ਨਹੀਂ ਪੁੱਟਣੀ, ਸਮਾਂ ਆਏਗਾ ਇਹ ਨਿੰਮ ਦਾ ਬੜਾ ਵੱਡਾ ਰੁੱਖ ਹੋ ਜਾਏਗਾ। ਸੋ ਅੱਜ ਵੀ ਉੱਥੇ ਉਹ ਰੁੱਖ ਯਾਦਗਾਰ ਹੈ। ਕੌਣ ਹੈ ਜਿਹਦੇ ਪੁੱਤਰ ਸਰੀਰ ਤਿਆਗ ਜਾਵੇ ਤੇ ਸਾਧ ਸੰਗਤ ਜੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਕਰਾਵੇ? ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਹੀ ਹਨ। ਮਹਾਰਾਜ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ, ਭਾਈ ਸਿੱਖੋ ਕੜਾਹ ਪ੍ਰਸ਼ਾਦ ਦੀ ਦੇਗ ਬਣਾਓ। ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਗਈ, ਸਿੱਖ ਸੰਗਤਾਂ ਵਿੱਚ ਵਰਤਾਈ। ਮਹਾਰਾਜ ਜੀ ਨੇ ਬਚਨ ਕੀਤਾ, ਇੱਥੇ ਸਦਾ ਹੀ ਕੜਾਹ ਪ੍ਰਸ਼ਾਦ ਵਰਤੇਗਾ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ। ਸਮੇਂ ਨਾਲ ਇਹ ਅਸਥਾਨ ਬਹੁਤ ਵੱਡਾ ਬਣ ਜਾਏਗਾ। ਜਿਹੜਾ ਇਸ ਅਸਥਾਨ ਦੇ ਦਰਸ਼ਨ ਕਰੇਗਾ ਭਾਵਨਾ ਦੇ ਨਾਲ, ਜਿਹੜੀ ਵੀ ਮੁਰਾਦ ਮੰਗੇਗਾ ਉਹਨੂੰ ਪ੍ਰਾਪਤ ਹੋਵੇਗੀ। ਇੱਥੇ ਕੜਾਹ ਪ੍ਰਸ਼ਾਦ ਕਰਨ ਵਾਲੇ ਦੇ ਪਾਪ ਨਾਸ ਹੋਣਗੇ। ਇੱਥੋਂ ਸੰਗਤਾਂ ਰੱਜ ਰੱਜ ਕੇ ਕੜਾਹ ਪ੍ਰਸ਼ਾਦ ਛਕਿਆ ਕਰਨਗੀਆਂ। ਉਹ ਬਚਨ ਅੱਜ ਵੀ ਪੂਰੇ ਹਨ। ਧੰਨ ਬਾਬਾ ਗੁਰਦਿੱਤਾ ਜੀ, ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਇਹ ਬਚਨ ਜਿਹੜੇ ਹਨ ਉਹ ਬਾਬਾ ਜੀ ਦੇ ਅਸਥਾਨ ਦੇ ਬਾਹਰ ਲਿਖੇ ਹਨ। ਸਾਡੇ ਪੁਰਾਣੇ ਗੁਰਸਿੱਖ ਬਜ਼ੁਰਗਾਂ ਨੇ ਇਹ ਬਚਨ ਪ੍ਰਚਲਿਤ ਕੀਤੇ ਹਨ। ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਫਿਰ ਕਰਦੇ ਹਾਂ। ਬਾਬਾ ਗੁਰਦਿੱਤਾ ਜੀ ਉਹ ਮਹਾਨ ਹਸਤੀ ਹਨ ਜਿਨ੍ਹਾਂ ਨੇ ਮੁਸਲਮਾਨ ਫਕੀਰ ਸਾਈਂ ਬੁੱਢਣ ਸ਼ਾਹ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਸਨ ਜੀ। ਇਹ ਕੋਈ ਆਮ ਸਰੀਰ ਨਹੀਂ ਸਨ। ਬਾਬਾ ਸ਼੍ਰੀ ਚੰਦਰ ਜੀ ਦੀਆਂ ਬਹੁਤ ਸਾਰੀਆਂ ਬਖਸ਼ਿਸ਼ਾਂ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਪ੍ਰਾਪਤ ਕੀਤੀਆਂ। ਬਾਬਾ ਸ਼੍ਰੀ ਚੰਦ ਜੀ ਨੇ ਇਹ ਕਿਹਾ ਸੀ ਕਿ ਜਿੰਨਾ ਜਪ ਤਪ ਅਸੀਂ ਕੀਤਾ ਹੈ ਨਾ, ਉਹ ਸਾਰਾ ਹੀ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ ਜੀ। ਸੋ ਬਾਬਾ ਸ਼੍ਰੀ ਚੰਦ ਜੀ ਨੇ 150 ਸਾਲ ਉਮਰ ਹੋਈ ਬਾਬਾ ਸ਼੍ਰੀ ਚੰਦ ਜੀ ਦੀ, ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਜਿੰਨਾ ਵੀ ਜਪ ਤਪ ਕੀਤਾ ਸਾਧ ਸੰਗਤ ਜੀ, ਉਹ ਸਾਰਾ ਬਾਬਾ ਗੁਰਦਿੱਤਾ ਜੀ ਦੀ ਝੋਲੀ ਪਾ ਕੇ ਗਏ ਸਨ। ਬੜੀਆਂ ਵੱਡੀਆਂ ਬਰਕਤਾਂ ਦੇ ਖਜ਼ਾਨੇ ਹਨ ਸ਼੍ਰੀ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਕੋਲ। ਜਦੋਂ ਵੀ ਆਨੰਦਪੁਰ ਸਾਹਿਬ ਜਾਓ, ਕੀਰਤਪੁਰ ਸਾਹਿਬ ਜਾਓ, ਸਮਾਂ ਬਣੇ ਇਹਨਾਂ ਸਥਾਨਾਂ ਦੀ ਯਾਤਰਾ ਜ਼ਰੂਰ ਕਰਿਆ ਕਰੋ ਜਿੱਥੇ ਸਤਿਗੁਰਾਂ ਦੇ ਇੰਨੇ ਵੱਡੇ ਮਹਾਨ ਸਥਾਨ ਹਨ। ਉਸ ਰੁੱਖ ਦੇ ਦਰਸ਼ਨ ਕਰਨ ਦਾ ਫਲ ਕੀ ਹੈ? ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰਨ ਦਾ ਫਲ ਜੀ। ਜਦੋਂ ਦਾਸ ਬਹੁਤ ਛੋਟਾ ਸੀਗਾ ਤੇ ਅਸੀਂ ਟਰੱਕ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਸਾਂ, ਉਦੋਂ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਦੇ ਦਰਸ਼ਨ ਕੀਤੇ ਸਨ। ਤੇ ਉਸ ਸਮੇਂ ਛੱਤ ਨਹੀਂ ਸੀ, ਤੇ ਜਿਵੇਂ ਅੱਜ ਉੱਥੇ ਟਾਈਲਾਂ ਲੱਗੀਆਂ ਨੇ ਵਧੀਆ, ਉਦੋਂ ਇੱਟਾਂ ਦਾ ਹੀ ਫਰਸ਼ ਸੀਗਾ ਉੱਥੇ, ਤੇ ਸਾਰਾ ਗੁਰਦੁਆਰਾ ਓਪਨ ਸੀਗਾ। ਰੁੱਖ ਦੂਰੋਂ ਹੀ ਉਹ ਨਜ਼ਰ ਆਉਂਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਵਾਲੀ ਪਾਲਕੀ ਸਾਹਿਬ ਉੱਥੇ ਬਣੀ ਹੋਈ ਸੀ। ਅੱਜ ਹੁਣ ਉੱਥੇ ਸੋਹਣਾ ਸਥਾਨ ਬਣਿਆ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਬਹੁਤ ਸਾਰੀਆਂ ਸੰਗਤਾਂ ਨੂੰ ਆਸੇ-ਪਾਸੇ ਪਤਾ ਲੱਗ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸੁਨੇਹੇ ਭੇਜ ਦਿੱਤੇ ਕਿ ਭਾਈ ਸਿੱਖੋ, ਸਿੱਖ ਸੰਗਤਾਂ ਆਉਣ, ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਪ੍ਰਥਾਏ ਜਪ ਤਪ ਵੀ ਕਰਨਾ ਹੈ, ਕਥਾ ਕੀਰਤਨ ਵੀ ਕਰਨਾ ਹੈ, ਲੰਗਰ ਵੀ ਲਾਉਣੇ ਹਨ। ਮਰਿਆਦਾ ਹੈ, ਜਦੋਂ ਕੋਈ ਸਰੀਰ ਤਿਆਗੇ ਉਹਦੇ ਪਿੱਛੋਂ ਇਹ ਸਭ ਕੁਝ ਕੀਤਾ ਜਾਂਦਾ ਹੈ। ਤੇ ਬਾਬਾ ਗੁਰਦਿੱਤਾ ਜੀ ਦੇ ਜਪ ਤਪ ਦੇ ਵਾਸਤੇ ਨਾ ਸਾਧ ਸੰਗਤ ਜੀ, ਪਾਠ ਵਾਸਤੇ ਮਹਾਰਾਜ ਨੇ ਸਿੱਖ ਧੀਰਮਲ ਕੋਲ ਭੇਜੇ ਸਨ। ਧੀਰਮਲ ਕੋਈ ਹੋਰ ਨਹੀਂ, ਧੀਰਮਲ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਹੈ ਜੀ। ਉਮਰ ਧੀਰਮਲ ਦੀ ਮਸਾਂ ਹੀ 13-14 ਸਾਲ ਹੋਵੇਗੀ ਉਸ ਸਮੇਂ ਜਦੋਂ ਦੀ ਇਹ ਗੱਲ ਹੈ। 13-14 ਸਾਲਾਂ ਦੀ ਉਮਰ ਵਿੱਚ ਹੀ ਬਾਬਾ ਧੀਰਮਲ ਜੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਗੀ ਹੋ ਗਏ ਸਨ ਜੀ। ਮਹਾਰਾਜ ਨੇ ਕਿਹਾ ਸੀ, ਨਾਲੇ ਤੇ ਧੀਰਮਲ ਨੂੰ ਸੱਦੋ, ਨਾਲੇ ਉਹਨੂੰ ਕਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਵੇ, ਬਾਬਾ ਗੁਰਦਿੱਤਾ ਜੀ ਦੇ ਪ੍ਰਥਾਏ ਪਾਠ ਕਰਾਉਣਾ ਹੈ। ਪਰ ਧੀਰਮਲ ਜੀ ਨਾ ਆਪ ਆਏ ਤੇ ਨਾ ਹੀ ਉਹਨਾਂ ਪਾਠ ਕਰਨ ਲਈ ਸਰੂਪ ਹੀ ਦਿੱਤਾ ਜੀ। ਅਸਲ ਵਿੱਚ ਰੂਹਾਂ ਜਿਹੜੀਆਂ ਹੁੰਦੀਆਂ ਨਾ ਸੰਗਤ ਜੀ, ਉਹ ਪਿੱਛੋਂ ਟ੍ਰੇਨਡ ਹੁੰਦੀਆਂ। ਜੇ ਤੇ ਚੰਗੀ ਰੂਹ ਹੈ, ਪਿੱਛੋਂ ਕੋਈ ਚੰਗੀ ਰੂਹ ਆਈ ਹੈ
ਤੇ ਬਚਪਨ ਵਿੱਚ ਹੀ ਉਹਨੇ ਚੰਗੇ ਕੰਮ ਕਰਨ ਲੱਗ ਪੈਣੇ ਹਨ। ਤੇ ਬਾਬਾ ਧੀਰਮਲ ਵੇਖੋ ਬਚਪਨ ਵਿੱਚ ਹੀ ਵਿਰੋਧਤਾ ਕਰਨ ਲੱਗ ਪਏ। ਬਾਬਾ ਧੀਰਮਲ ਜੀ ਨੇ ਸਰੂਪ ਤੱਕ ਨਹੀਂ ਦਿੱਤਾ, ਆਪਣੇ ਪਿਤਾ ਜੀ ਦੇ ਪਾਠ ਵਾਸਤੇ ਵੀ ਸਰੂਪ ਨਹੀਂ ਦਿੱਤਾ। ਕਿੰਨਾ ਉਹਨਾਂ ਦੇ ਅੰਦਰ ਗੁੱਸਾ ਭਰਿਆ ਹੋਏਗਾ। ਹੁਣ ਆਪਾਂ ਅੱਗੋਂ ਕਥਾ ਸੁਣੀਏ, ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਪਰ ਜਹਾਂ ਕਹਿ ਸੁਧ ਗਈ, ਸੁਨ ਸੁਨ ਸਭ ਬਿਸਮਾਏ। ਜਿੱਥੇ ਜਿੱਥੇ ਖਬਰਾਂ ਪਹੁੰਚੀਆਂ ਨਾ ਕਿ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਗਏ, ਸੁਣ ਸੁਣ ਕੇ ਸਾਰੇ ਹੈਰਾਨ ਹੋ ਗਏ। ਕਿਉਂ? ਵੀ ਇੰਨੀ ਛੋਟੀ ਉਮਰ, ਜਵਾਨੀ ਦੀ ਉਮਰ ਹੈ, 25 ਸਾਲ ਅਜੇ ਉਮਰ ਹੈ, ਇੰਨੀ ਛੋਟੀ ਉਮਰ ਹੀ ਬਾਬਾ ਜੀ ਨੇ ਸਰੀਰ ਤਿਆਗ ਦਿੱਤਾ। ਫਿਰ ਕੋਈ ਦੁੱਖ ਨਹੀਂ, ਕੋਈ ਸੰਤਾਪ ਨਹੀਂ, ਕੋਈ ਜੰਗ ਨਹੀਂ, ਕੋਈ ਬਿਮਾਰੀ ਨਹੀਂ, ਫਿਰ ਕਿਉਂ ਸਰੀਰ ਤਿਆਗ ਦਿੱਤਾ? ਸਾਰੇ ਹੈਰਾਨ ਹੋ ਗਏ ਐ ਇਹ ਗੱਲ ਸੁਣ ਕੇ ਵੀ ਬਾਬਾ ਜੀ ਨੇ ਸਰੀਰ ਵੀ ਤਿਆਗ ਦਿੱਤਾ। ਭਏ ਤਿਆਰ ਆਗਵਨ ਹਿਤ ਸੰਬੰਧੀ ਸਮੁਦਾਏ। ਜਿੰਨੇ ਵੀ ਸੰਬੰਧੀ ਰਿਸ਼ਤੇਦਾਰ ਸਨ ਨਾ, ਉਹ ਸਾਧ ਸੰਗਤ ਜੀ ਸਾਰੇ ਫਿਰ ਤਿਆਰ ਹੋਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲੀਏ। ਬਸ ਹੈ ਗ੍ਰਾਮ ਰਮਦਾਸ ਕੇ ਬ੍ਰਿਧ ਕੋ ਪੁੱਤਰ ਸੁਭਾਗ। ਰਮਦਾਸ ਪਿੰਡ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਬਾਬਾ ਭਾਨਾ ਜੀ ਰਹਿੰਦੇ ਸਨ ਜੀ। ਬਾਬਾ ਭਾਨਾ ਜੀ ਨੂੰ ਪਤਾ ਲੱਗਾ, ਉਹ ਵੀ ਆਪਣੇ ਘਰੋਂ ਤੁਰੇ। ਸੁਨ ਤਿਆਰੀ ਤੂਰਨ ਕਰੀ, ਗੁਰਦਿਸ਼ ਆਵਨ ਲਾਗ। ਉਹ ਗੁਰੂ ਸਾਹਿਬ ਵਾਲੇ ਪਾਸੇ ਆਉਣ ਲੱਗੇ ਵੀ ਚੱਲੀਏ, ਕੀਰਤਪੁਰ ਸਾਹਿਬ ਚੱਲੀਏ, ਮਹਾਰਾਜ ਦੇ ਚਰਨਾਂ ਵਿੱਚ ਚੱਲੀਏ। ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗ ਦਿੱਤਾ। ਚੌਪਈ ਚੱਲਿਓ ਵਟਾਲੇ ਕੇ ਮਗ ਆਇਓ। ਤੇ ਚਲਦਿਆਂ ਚਲਦਿਆਂ ਉਹ ਬਟਾਲੇ ਆਏ। ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਬਟਾਲੇ ਕੀ ਹੈ? ਬਾਬਾ ਗੁਰਦਿੱਤਾ ਜੀ ਦੇ ਸਹੁਰੇ ਹਨ। ਸਾਧ ਸੰਗਤ ਜੀ ਹਾਂਜੀ। ਰਾਮੈ ਸੰਗ ਮਿਲਿਓ ਸਭ ਗਾਇਓ। ਬਾਬਾ ਗੁਰਦਿੱਤਾ ਜੀ ਦੇ ਸਹੁਰੇ ਆ ਕੇ ਖਬਰ ਦਿੱਤੀ ਉਹਨਾਂ ਨੇ। ਉਹਨਾਂ ਵੀ ਬੜਾ ਅਫਸੋਸ ਕੀਤਾ, ਉਹਨਾਂ ਦੇ ਤੇ ਜਵਾਈ ਭਾਈ ਸਨ ਬਾਬਾ ਗੁਰਦਿੱਤਾ ਜੀ। ਤੇ ਸਾਧ ਸੰਗਤ ਜੀ ਉਹ ਵੀ ਫਿਰ ਨਾਲ ਤੁਰੇ। ਕਰਤ ਸ਼ੋਕ ਸੋ ਪੀ ਹੋਏ ਤਿਆਰ। ਬੜਾ ਬੈਰਾਗ ਤੇ ਹੈਰਾਨੀ ਹੈ। ਸੋ ਉਹ ਵੀ ਤਿਆਰ ਹੋਏ। ਗਮਨ ਕੀਨ ਪਿਖ ਭਈ ਸਕਾਰ। ਸਵੇਰ ਹੁੰਦਿਆਂ ਹੀ, ਰਾਤ ਨੂੰ ਬਾਬਾ ਭਾਨਾ ਜੀ ਬਟਾਲੇ ਪਹੁੰਚੇ। ਸਵੇਰ ਹੁੰਦਿਆਂ ਹੀ ਕੀਰਤਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ। ਸ਼੍ਰੀ ਕੀਰਤਪੁਰ ਮਹਿ ਆਈ। ਹਾਂਜੀ। ਸਤਿਗੁਰ ਸੋ ਮਿਲ ਗਰੀਬ ਨਿਵਾਈ। ਤੇ ਕੀਰਤਪੁਰ ਸਾਹਿਬ ਵਿੱਚ ਆ ਗਏ। ਆਖੋ ਵਾਹਿਗੁਰੂ। ਵਾਹਿਗੁਰੂ। ਬਾਬਾ ਭਾਨਾ ਜੀ ਨੇ ਤੇ ਗੁਰੂ ਸਾਹਿਬ ਜੀ ਦੇ ਕੁੜਮ ਬਾਬਾ ਰਾਮਾ ਜੀ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਜੀ। ਕੀਰਤਪੁਰ ਸਾਹਿਬ ਵਿੱਚ ਬਹੁਤ ਬੈਰਾਗ ਦਾ ਮਾਹੌਲ ਸੀਗਾ। ਹਾਂਜੀ। ਰਾਮੇ ਸਹਿਤ ਬੈਠ ਤਬ ਗਏ। ਬਾਤ ਕਰਤ ਗੁਰਸੁਤ ਕੀ ਭਏ। ਬਾਬਾ ਭਾਨਾ ਜੀ ਤੇ ਬਾਬਾ ਰਾਮਾ ਜੀ ਬੈਠ ਗਏ ਤੇ ਬਾਬਾ ਗੁਰਦਿੱਤਾ ਜੀ ਦੀਆਂ ਗੱਲਾਂ ਸ਼ੁਰੂ ਹੋਈਆਂ ਜੀ। ਹਾਂਜੀ। ਹਰੀ ਚੰਦ ਭਾਗਣ ਅਰ ਦਵਾਰਾ। ਇਹ ਸਭ ਗੇ ਪਰਲੋਕ ਮਝਾਰਾ। ਸਾਹਿਬਜ਼ਾਦੇ ਭੱਲੇ ਤੇਹਣ, ਸੁਨਤ ਸ਼ੋਕ ਕੀਨਸ ਜੁਤ ਗੇਹਣ। ਬਾਬਾ ਗੁਰਦਿੱਤਾ ਜੀ ਦੇ ਨਾਨਾ ਜੀ ਤਾਂ ਉਹਨਾਂ ਦੇ ਨਾਨੀ ਜੀ, ਉਹ ਤਾਂ ਪਹਿਲਾਂ ਹੀ ਸਰੀਰ ਛੱਡ ਗਏ ਸੀਗੇ। ਤੇ ਇਹਦੇ ਤੋਂ ਇਲਾਵਾ ਭਾਈ ਸਾਈਂ ਦਾਸ ਜੀ ਵੀ ਸਰੀਰ ਤਿਆਗ ਗਏ ਸਨ। ਉਹਨਾਂ ਵੀ ਸਾਧ ਸੰਗਤ ਜੀ ਬਾਬਾ ਗੁਰਦਿੱਤਾ ਜੀ ਨੂੰ ਪੁੱਤਰਾਂ ਵਾਂਗੂ ਪਿਆਰ ਕੀਤਾ ਸੀਗਾ ਜੀ। ਸਾਈਂ ਦਾਸ ਜੀ ਨੇ ਉਹ ਵੀ ਸਰੀਰ ਤਿਆਗ ਗਏ ਸਨ। ਮਾਸੀ ਮਾਸੜ ਜੀ ਸਭ ਸਰੀਰ ਤਿਆਗ ਗਏ ਸਨ। ਸੋ ਸਾਹਿਬਜ਼ਾਦੇ ਭੱਲੇ ਤੇਹਣ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਵਿੱਚੋਂ, ਫਿਰ ਗੁਰੂ ਅੰਗਦ ਦੇਵ ਜੀ ਦੇ ਪਰਿਵਾਰ ਵਿੱਚੋਂ ਸ਼ੋਕ ਕੀਨਸ ਜੁਤ ਗੇਹਣ। ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਨਾ
ਸਾਰੇ ਕੀਰਤਪੁਰ ਸਾਹਿਬ ਨੂੰ ਚੱਲ ਪਏ। ਹੈ ਇੱਕਦਮ ਹੀ ਪਤਾ ਲੱਗਾ ਵੀ ਮਹਾਰਾਜ ਦਾ ਪੁੱਤਰ ਸਰੀਰ ਛੱਡ ਗਿਆ। ਮਿਲ ਆਪਸ ਮੈਂ ਦੋਨੋਂ ਚੱਲੇ, ਸਨੇ ਸਨੇ ਮਗ ਉਲੰਘਤ ਭਲੇ। ਉਧਰ ਹੁਣ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਦੇ ਸਤਿਗੁਰਾਂ ਦੇ ਪਰਿਵਾਰ ਉਹ ਆਪਸ ਵਿੱਚ ਮਿਲ ਕੇ ਤੇ ਕੀਰਤਪੁਰ ਸਾਹਿਬ ਨੂੰ ਤੁਰੇ ਜੀ। ਪੂਰਬ ਪਹੁੰਚੇ ਪੁਰ ਕਰਤਾਰਾ। ਉਹ ਸੋਚਦੇ ਵੀ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਧੀਰਮਲ ਕਰਤਾਰਪੁਰ ਸਾਹਿਬ ਹੈ। ਉਹ ਪਹਿਲਾਂ ਕਰਤਾਰਪੁਰ ਸਾਹਿਬ ਗਏ ਜੀ। ਨਿਸਾ ਪਰੀ ਲਖ ਕੀਨ ਉਤਾਰਾ। ਰਾਤ ਦਾ ਸਮਾਂ ਸੀ। ਉਹਨਾਂ ਕਿਹਾ ਵੀ ਕਰਤਾਰਪੁਰ ਸਾਹਿਬ ਰੁਕਦੇ ਆ, ਨਾਲੇ ਬਾਬਾ ਜੀ ਦੇ ਪੁੱਤਰ ਨੂੰ ਵੀ ਲੈ ਕੇ ਜਾਂਦੇ ਆ। ਧੀਰ ਮਲ ਸੋ ਮੇਲਾ ਭਇਓ। ਤੇ ਫਿਰ ਉਹ ਬਾਬੇ ਧੀਰਮਲ ਨੂੰ ਮਿਲੇ ਜੀ। 13, 15 ਸਾਲਾਂ ਦੀ ਉਮਰ ਸੀ ਧੀਰਮਲ ਦੀ ਜੀ। ਆਪਨ ਪ੍ਰਸੰਗ ਸਕਲ ਕਹਿ ਦਿਓ। ਉਹਨਾਂ ਆਪਣਾ ਪ੍ਰਸੰਗ ਦੱਸਿਆ ਵੀ ਅਸੀਂ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਹਾਂ, ਗੁਰੂ ਅੰਗਦ ਦੇਵ ਮਹਾਰਾਜ ਦੇ ਪਰਿਵਾਰ ਦੇ ਹਾਂ। ਮੈਂ ਨਹਿ ਗਇਓ ਤਿਨਹੂ ਕੇ ਪਾਹੀ। ਤੇ ਬਾਬਾ ਧੀਰਮਲ ਨਾ ਅੱਗੋਂ ਕਰੋੜ ਕੇ ਕਹਿਣ ਲੱਗਾ, ਕਹਿੰਦਾ ਮੈਂ ਨਹੀਂ ਗਿਆ ਮਹਾਰਾਜ ਕੋਲ। ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਮਿਹਰ ਕਰੇ, ਈਰਖਾ ਤੋਂ ਬਚਾ ਲੈ ਜੀ। ਈਰਖਾ ਬੜੀ ਮਾੜੀ ਆ। ਆਖੋ ਵਾਹਿਗੁਰੂ। ਵਾਹਿਗੁਰੂ। ਉਹ ਕਹਿਣ ਲੱਗਾ ਵੀ ਮੈਂ ਨਹੀਂ ਤੇ ਗਿਆ। ਹਾਂਜੀ। ਸ਼ਾਹੋ ਸੰਗ ਮਿਲ ਰਹੋ ਪੁਰ ਮਾਹੀ। ਮੈਂ ਤੇ ਬਾਦਸ਼ਾਹ ਨਾਲ ਸੰਧੀ ਕੀਤੀ ਹੈ ਤੇ ਮੈਂ ਬਾਦਸ਼ਾਹ ਨਾਲ ਮਿਲ ਕੇ ਇਸ ਨਗਰ ਵਿੱਚ ਰਹਿ ਰਿਹਾ। ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਨਹੀਂ ਗਿਆ। ਵੇਖੋ ਗੁਰੂ ਸਾਹਿਬ ਦਾ ਪੁੱਤਰ ਹੈ, ਪਰ ਸਿਆਸਤ ਦਾ ਪ੍ਰਭਾਵ ਪੈ ਗਿਆ ਜੀ, ਰਾਜਨੀਤੀ ਦਾ ਪ੍ਰਭਾਵ ਪੈ ਗਿਆ। ਹਾਂਜੀ। ਮਿਲੇ ਸੁਨੈ ਬਿਗ੍ਰਹਿ ਤਤਕਾਲਾ। ਹਾਂਜੀ। ਸਕਲ ਖਸੋਟੈ ਧਨ ਪੁਰਸ਼ਾਲਾ। ਕਹਿੰਦਾ ਵੀ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਨਾਲ ਮਿਲਿਆ ਤੇ ਬਾਦਸ਼ਾਹ ਮੇਰੇ ਕੋਲੋਂ ਧਨ ਖੋਲੇਗਾ, ਪਿੰਡ ਖੋਲੇਗਾ, ਮੇਰਾ ਕੀ ਬਣੇਗਾ। ਗੁਰੂ ਮਿਹਰ ਕਰੇ ਦੁਨੀਆ ਵਾਲ ਨਾਲੋਂ ਟੁੱਟ ਕੇ ਤੇ ਗੁਰੂ ਨਾਲ ਸਾਡੀ ਜੁੜ ਜਾਵੇ ਜੀ। ਜਿਨ੍ਹਾਂ ਦੀ ਗੁਰੂ ਨਾਲ ਜੁੜ ਗਈ ਨਾ, ਉਹਨਾਂ ਦੀਆਂ ਦੋਵਾਂ ਲੋਕਾਂ 'ਚ ਸਲਾਮਾਂ। ਤੇ ਦੁਨੀਆ ਕੀਆਂ ਵਡਿਆਈਆਂ ਕਵਨੈ ਆਵੈ ਕਾਮ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਦੁਨੀਆ ਦੀਆਂ ਵਡਿਆਈਆਂ ਕੰਮ ਨਹੀਂ ਆਉਂਦੀਆਂ। ਹਾਂਜੀ। ਜਹਾਂ ਜਾਣਤੇ ਹੋਏ ਉਤਪਾਤ। ਕਿਉਂ ਕਰ ਸਕਹਿ ਸੁਮਤ ਸੋ ਬਾਤ। ਬਾਬਾ ਧੀਰਮਲ ਨੇ ਅੱਗੋਂ ਕਿਹਾ ਵੀ ਜੇ ਮੈਂ ਉੱਥੇ ਜਾਣਾ ਤੇ ਬਾਦਸ਼ਾਹ ਮੇਰੇ ਨਾਲ ਵਿਗੜ ਜਾਏਗਾ। ਉਹਨੂੰ ਬਾਦਸ਼ਾਹ ਦਾ ਹੀ ਡਰ ਲੱਗੀ ਜਾਂਦਾ ਹੈ। ਹਾਂਜੀ। ਉਚਿਤ ਨਾ ਤੁਮਕੋ ਭੀਤ ਹੈ ਜਾਨਾ। ਵੇਖੋ ਕੋਈ ਕਿਹੋ ਜਿਹਾ ਪੁੱਤ ਹੋਏਗਾ, ਆਪਣੇ ਪਿਤਾ ਦੇ ਵੀ ਇਹੋ ਜਿਹੇ ਸਮੇਂ ਨਹੀਂ ਗਿਆ ਜੀ। ਲੱਖ ਬੰਦੇ ਦਾ ਵੈਰ ਵਿਰੋਧ ਹੋਵੇ, ਇਹੋ ਜਿਹੇ ਸਮੇਂ ਤੇ ਬੰਦਾ ਚਲੇ ਹੀ ਜਾਂਦਾ ਜੀ। ਕਿ ਹੁਣ ਸਰੀਰ ਤਿਆਗਿਆ, ਭੋਗ ਪੈਣਾ, ਮੈਂ ਹੁਣ ਹੀ ਚਲੇ ਜਾਵਾਂ। ਪਰ ਕਿਹੋ ਜਿਹਾ ਪੁੱਤ ਹੋਏਗਾ ਵੀ ਇਹੋ ਜਿਹੇ ਸਮੇਂ ਵੀ ਨਹੀਂ ਗਿਆ। ਤੇ ਅੱਗੋਂ ਦੂਜਿਆਂ ਨੂੰ ਵੀ ਰੋਕਤਾ ਬਾਬੇ ਧੀਰਮਲ ਨੇ ਵੀ ਤੁਹਾਡਾ ਜਾਣਾ ਵੀ ਨਹੀਂ ਬਣਦਾ ਉੱਥੇ। ਹਾਂਜੀ। ਸੁਨਹਿ ਸ਼ਾਹੋ ਰਿਸ ਧਰੈ ਮਹਾਨਾ। ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਵੀ ਤੁਸੀਂ ਗੁਰੂ ਸਾਹਿਬ ਕੋ ਗਏ ਜੇ ਤੇ ਬਾਦਸ਼ਾਹ ਤੁਹਾਡੇ ਨਾਲ ਵਿਗੜ ਜਾਏਗਾ। ਤੇ ਬਾਦਸ਼ਾਹ ਤੇ ਮਹਾਰਾਜ ਕੋ ਮਾਫੀਆਂ ਮੰਗਣ ਦਿਆ ਜੀ ਗੁਰੂ ਹਰਗੋਬਿੰਦ ਸਾਹਿਬ ਕੋ ਕਿ ਸੱਚੇ ਪਾਤਸ਼ਾਹ 4 ਵਾਰ ਫੌਜ ਭੇਜੀ ਤੇ ਚਾਰੋਂ ਵਾਰ ਹਾਰ ਗਿਆ। ਹੁਣ ਮੈਂ ਤੁਹਾਡੇ ਨਾਲ ਜੰਗ ਨਹੀਂ ਕਰਾਂਗਾ। ਮਤਲਬ ਕੋਈ ਵਿਰਲਾ ਹੁੰਦਾ ਜੇ ਜਿਹਦਾ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋਵੇ। ਤੇ ਮੈਨੂੰ ਮਾਫ ਕਰਿਓ, ਇਹ ਸੱਚਾਈ ਹੈ। ਇਹਦੇ ਤੋਂ ਵਧੀਆ ਖਾਨਦਾਨ ਕੀ ਕਵਾਂਗੇ ਆਪਾਂ ਜੀ। ਇਹਦੇ ਤੋਂ ਉੱਤੇ ਖਾਨਦਾਨ ਕਿਹੜਾ ਕਵਾਂਗੇ। ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਤੇ ਮਨ ਬਾਦਸ਼ਾਹ ਤੋਂ ਪ੍ਰਭਾਵਿਤ ਹੋ ਗਿਆ ਜੀ। ਤੇ ਇੱਕ ਬੰਨੇ ਕੋਈ ਨੀਵੀਂ ਜਾਤ ਵਾਲਾ, ਪਰ ਉਹਦਾ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਗਿਆ ਤੇ ਸਮਝ ਲਓ ਉਹ ਸਭ ਤੋਂ ਉੱਤਮ ਹੈ।
ਸਤਿਗੁਰੂ ਬਾਣੀ ਵਿੱਚ ਕਹਿੰਦੇ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਕੋਈ ਨੀਵੀਂ ਜਾਤ ਵਾਲਾ ਉਹਦਾ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਗਿਆ ਜੀ। ਪਰਮਾਤਮਾ ਤੋਂ ਪ੍ਰਭਾਵਿਤ ਹੋ ਕੇ ਉਹ ਪਰਮਾਤਮਾ ਵਾਲੇ ਪਾਸੇ ਤੁਰ ਪਿਆ। ਤੇ ਸਤਿਗੁਰੂ ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਚਰਨਾਂ 'ਚ ਤੁਸੀਂ ਬੈਠੇ ਹੋ, ਕਹਿੰਦੇ ਜੇ ਉਹਦਾ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਗਿਆ ਤੇ ਉਹ ਪਰਮਾਤਮਾ ਵਾਲੇ ਪਾਸੇ ਤੁਰ ਪਿਆ ਤੇ ਵੱਡੀ ਪਦਵੀ ਪ੍ਰਾਪਤ ਕਰੇਗਾ। ਗੱਜ ਕੇ ਆਖੋ ਵਾਹਿਗੁਰੂ। ਕਿੱਡੀ ਵੱਡੀ ਗੱਲ। ਪਰ ਇੱਧਰ ਬਾਬਾ ਧੀਰ ਮੱਲ ਜੀ ਦੁਨੀਆ ਤੋਂ ਪ੍ਰਭਾਵਿਤ ਸਨ ਜੀ। ਬਸ ਫਰਕ ਇਹੋ ਹੀ ਹੈ। ਤੇ ਮੈਂ ਸੱਚ ਦੱਸਦਾ, ਇੱਕ ਵਿਦਵਾਨ ਲਿਖਦਾ, ਉਹ ਕਹਿੰਦਾ ਰੱਬ ਵੱਲ ਜਾਣ ਵਾਲਾ ਰਾਹ ਖਾਲੀ ਪਿਆ। ਕਹਿੰਦੇ ਤੁਰਿਆ ਸੀ ਕਾਫਲਾ ਰੱਬ ਵਾਲੇ ਪਾਸੇ, ਵੀ ਰੱਬ ਨੂੰ ਮਿਲਣ ਜਾਣਾ। ਤੁਰਿਆ ਸੀ ਕਾਫਲਾ, ਕੁਝ ਥੱਕ ਗਏ, ਕੁਝ ਸਹਿਮ ਗਏ, ਕੁਝ ਡਰ ਗਏ, ਕੁਝ ਅੱਕ ਗਏ। ਇੱਕ ਅੱਧਾ ਹੀ ਬੰਦਾ ਜਿਹੜਾ ਉਸ ਪਾਸੇ ਤੁਰਿਆ ਜੀ। ਇੱਕ ਅੱਧਾ ਹੀ ਹੈ ਜਿਹੜਾ ਉਸ ਪਾਸੇ ਤੁਰਿਆ, ਬਾਕੀ ਤੇ ਸਭ ਰਸਤੇ 'ਚ ਹੀ ਰਹਿ ਜਾਂਦੇ ਜੀ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਨੇ ਉਹਨਾਂ ਵਰਗੇ ਦੂਜੇ ਕਿੱਥੋਂ ਲੈ ਕੇ ਆਵਾਂਗੇ। ਬਾਬਾ ਧੀਰ ਮੱਲ ਜੀ ਦੂਜਿਆਂ ਨੂੰ ਵੀ ਰੋਕਦੇ, ਕਿਉਂਕਿ ਉਹਨਾਂ ਦਾ ਮਨ ਸਿਆਸਤ ਤੋਂ ਪ੍ਰਭਾਵਿਤ ਹੋ ਗਿਆ, ਗੁਰੂ ਸਾਹਿਬ ਵਾਲੇ ਪਾਸੇ ਨਹੀਂ ਮੰਨ ਰਿਹਾ ਜੀ। ਹਾਂਜੀ। ਮੁਸ਼ਕਲ ਬਨੈ ਰਹਿਨ ਘਰ ਮਾਹੀ, ਮੁਲਖ ਮਾਲਕੀ ਤੁਰਕਨ ਪਾਹੀ। ਵੇਖ ਲਓ ਬਾਬਾ ਧੀਰ ਮੱਲ ਜੀ ਕਹਿੰਦੇ ਵੀ ਲੋਕਾਂ ਦੇ ਵਿੱਚ ਰਹਿਣਾ, ਬਾਦਸ਼ਾਹ ਦੇ ਨਾਲ ਵੈਰ ਪੈ ਗਿਆ ਤੇ ਮੁਸ਼ਕਲ ਬਣ ਜਾਏਗੀ। ਹਾਂਜੀ। ਸੁੰਦਰ ਪਰਮਾਨੰਦ ਤਬ ਕਹਿਓ। ਤੇ ਗੁਰੂ ਅਮਰਦਾਸ ਜੀ ਦੀ ਵੰਸ਼ਜ, ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਪੜਪੋਤਰੇ ਬਾਬਾ ਸੁੰਦਰ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਰਾਮਕਲੀ ਸੱਦ ਬਾਣੀ ਬਾਬਾ ਸੁੰਦਰ ਜੀ ਦੀ ਹੈ ਜੀ। ਤੇ ਨਾਲ ਬਾਬਾ ਪਰਮਾਨੰਦ ਜੀ ਹਨ। ਉਹਨਾਂ ਨੇ ਕਿਹਾ ਹਮ ਤੋ ਸੁਨਿਓ ਸ਼ਾਹੋ ਹਟ ਰਹਿਓ। ਉਹ ਕਹਿੰਦੇ ਧੀਰ ਮੱਲ ਤੈਨੂੰ ਭੁਲੇਖਾ ਲੱਗ ਗਿਆ। ਸਾਨੂੰ ਪਤਾ, ਅਸੀਂ ਸੁਣਿਆ ਵੀ ਬਾਦਸ਼ਾਹ ਗੁਰੂ ਸਾਹਿਬ ਤੋਂ ਦੁਸ਼ਮਣੀ ਛੱਡ ਦਿੱਤੀ ਜੀ ਉਹਨੇ, ਬਾਦਸ਼ਾਹ ਨੇ। ਹਾਂਜੀ। ਸ਼੍ਰੀ ਨਾਨਕ ਕੀ ਗਾਦੀ ਜਾਨੀ। ਬਾਦਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਜਾਣ ਕੇ, ਹਾਂਜੀ, ਬਾਰ ਬਾਰ ਤਬ ਬੰਧਨ ਠਾਨੀ। ਤੇ ਬਾਰ ਬਾਰ ਮੱਥਾ ਟੇਕਿਆ ਤੇ ਮੁਆਫੀਆਂ ਮੰਗੀਆਂ, ਤੌਬਾ ਕੀਤੀ ਹੈ ਕਿ ਮੈਂ ਮਹਾਰਾਜ ਤੁਹਾਡੇ ਨਾਲ ਕਦੀ ਵੀ ਜੰਗ ਨਹੀਂ ਕਰਾਂਗਾ। ਬਿਦਤ ਕਹਿਓ ਅਬ ਤੇ ਗੁਰ ਸੰਗ, ਬਿਗਰੋਂ ਕਬੀ ਨਾ ਕਰਹੁ ਜੰਗ। ਧੀਰ ਮੱਲ ਨਾਲੇ ਬਾਦਸ਼ਾਹ ਨੇ ਪ੍ਰਗਟ ਰੂਪ ਚ ਕਿਹਾ ਕਿ ਅੱਜ ਤੋਂ ਜਿੰਨਾ ਚਿਰ ਤੱਕ ਮੇਰਾ ਸਰੀਰ ਹੈ, ਮੈਂ ਰਹਿੰਦੀ ਉਮਰ ਤੱਕ ਗੁਰੂ ਸਾਹਿਬ ਨਾਲ ਕਦੀ ਜੰਗ ਨਹੀਂ ਕਰਾਂਗਾ। ਹਾਂਜੀ। ਸੁਨਤ ਧੀਰ ਮੱਲ ਤਬੈ ਬਤਾਇਓ, ਮੈਂ ਲਿਖ ਕਰ ਤਹ ਪੱਤਰ ਪਠਾਇਓ। ਤੇ ਧੀਰ ਮੱਲ ਨੇ ਅੱਗੋਂ ਪਤਾ ਕੀ ਕਿਹਾ? ਕਹਿੰਦਾ ਵੀ ਮੈਂ ਚਿੱਠੀ ਲਿਖੀ ਸੀਗੀ ਬਾਦਸ਼ਾਹ ਨੂੰ। ਵੇਖੋ ਛੋਟੀ ਉਮਰ ਵਾਲੇ ਆ ਅੱਜ। ਆਖੋ ਵਾਹਿਗੁਰੂ। 15 ਕੁ ਸਾਲ ਦੀ ਉਮਰ ਹੋਏਗੀ, ਕਿੱਡੀ ਕੁ ਉਮਰ ਹੈਗੀ ਜੀ। ਇੰਨੀ ਕੁ ਉਮਰ ਵਿੱਚ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ ਜੀ। ਕਾਰਨ ਪਿੱਛੋਂ ਆਤਮਾ ਉਹੋ ਜਿਹੀ ਆ ਗਈ ਜੀ। ਕਹਿੰਦੇ ਵੀ ਮੈਂ ਚਿੱਠੀ ਲਿਖੀ ਸੀਗੀ। ਹਾਂਜੀ। ਸੰਧੀ ਕਰਨ ਕੋ ਆਸ਼ਾ ਜਿਸ ਮੈਂ ਹੈ, ਸੁਨ ਹਜ਼ਰਤ ਹਰਖਿਓ ਉਰ ਰਿਸਮੈ। ਤੇ ਮੈਂ ਹੀ ਬਾਦਸ਼ਾਹ ਨੂੰ ਕਿਹਾ ਸੀ ਤੇ ਬਾਦਸ਼ਾਹ ਫਿਰ ਸਹਿਮਤੀ ਕਰਨਾ ਚਾਹੁੰਦਾ ਸੀ। ਵੇਖ ਲਓ ਇਹ ਵੀ ਸੁਭਾਅ ਵੀ ਕੀਤਾ ਵੀ ਨਹੀਂ ਕੰਮ ਤੇ ਆਖਣਾ ਕ੍ਰੈਡਿਟ ਮੈਨੂੰ ਮਿਲ ਜਾਵੇ। ਆਖੋ ਵਾਹਿਗੁਰੂ। ਵਾਹਿਗੁਰੂ। ਕੰਮ ਨਹੀਂ ਕੀਤਾ ਬਾਬੇ ਧੀਰ ਮੱਲ ਨੇ, ਪਰ ਐਵੇਂ ਹੀ ਆਖੀ ਜਾਂਦੇ ਜੀ। ਹਾਂਜੀ। ਤਉ ਲੋਕ ਜੇ ਅਹ ਨਰੇਸ਼, ਰਹੀਏ ਇਨ ਤੇ ਡਰਤ ਹਮੇਸ਼। ਫਿਰ ਵੀ ਧੀਰ ਮੱਲ ਕਹਿੰਦਾ ਭਾਵੇਂ ਬਾਦਸ਼ਾਹ ਕਹਿ ਰਿਹਾ ਵੀ ਮੈਂ ਜੰਗ ਨਹੀਂ ਕਰਾਂਗਾ, ਇਹ ਬਾਦਸ਼ਾਹਾਂ ਕੋਲੋਂ ਡਰ ਕੇ ਹੀ ਰਹਿਣਾ ਚਾਹੀਦਾ ਹੈ। ਪਰ ਚਲੋ ਮੈਂ ਗੁਰੂ ਘਰ ਦਾ ਪ੍ਰਚਾਰਕ ਹੋਣ ਦੇ ਨਾਤੇ ਇਹ ਗੱਲ ਕਹਿ ਦਿੰਦਾ, ਜੇ ਡਰਨਾ ਹੈ ਤੇ ਡਰੀਏ ਕਰਤਾਰ ਤੋਂ।
ਰੱਬ ਤੋਂ ਡਰੋ। ਚੇਤਾ ਰੱਖਿਓ, ਦੁਨੀਆ ਦੀ ਨਿਗਾਹ ਵਿੱਚ ਬੰਦਾ ਸੱਚਾ ਹੈ, ਪਰ ਰੱਬ ਦੀ ਨਿਗਾਹ ਵਿੱਚ ਜੇ ਉਹ ਝੂਠਾ ਹੋ ਗਿਆ ਨਾ ਤੇ ਪਿਆਰੇ ਉਹ ਗੱਲ ਨਹੀਂ ਤੇ ਬਣਨੀ, ਪੱਕੀ ਗੱਲ ਹੈ। ਤੇ ਜੇ ਦੁਨੀਆ ਦੀ ਨਿਗਾਹ 'ਚ ਝੂਠਾ ਵੀ ਹੈ ਤੇ ਰੱਬ ਦੀ ਨਿਗਾਹ 'ਚ ਸੱਚਾ ਹੈ, ਫਿਰ ਉਹਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਜੀ। ਚੇਤਾ ਰੱਖਿਓ, ਜਿਹੜਾ ਬੰਦਾ ਲੋਕਾਂ ਦੇ ਸਾਹਮਣੇ ਸੱਚਾ ਤੇ ਅੰਦਰੋਂ ਹੈ ਝੂਠਾ, ਉਹਦਾ ਦਿਲ ਹੌਲਾ ਹੋਏਗਾ ਜੀ, ਉਹ ਛੇਤੀ ਡਰੇਗਾ ਜੀ। ਪਰ ਜਿਹੜਾ ਅੰਦਰੋਂ ਸੱਚਾ ਹੈ ਉਹ ਡਰੇਗਾ ਨਹੀਂ, ਤੇ ਜੇ ਡਰੇਗਾ ਤੇ ਪਰਮੇਸ਼ਰ ਤੋਂ ਡਰੇਗਾ। ਆਖੋ ਵਾਹਿਗੁਰੂ ਵਾਹਿਗੁਰੂ। ਆਪਾਂ ਮੂਲ ਮੰਤਰ ਪੜ੍ਹਦੇ ਹਾਂ ਤੇ ਮੂਲ ਮੰਤਰ ਦਾ ਪਹਿਲਾ ਸਿਧਾਂਤ ਹੀ ਇਹ ਹੈ, ਨਿਰਭਉ ਨਿਰਵੈਰ। ਨਿਰਭਉ ਰਹਿਣਾ ਤੇ ਨਿਰਵੈਰ ਰਹਿਣਾ। ਨਿਰਭਉ ਕੀ, ਕਿਸੇ ਕੋਲੋਂ ਡਰਨਾ ਨਹੀਂ। ਤੇ ਹੁਣ ਨਿਰਭਉ ਹੋਇਆ ਕਿਵੇਂ ਜਾਏਗਾ? ਜੇ ਕੋਈ ਸਾਨੂੰ ਪੁੱਛੇ ਵੀ ਮੈਂ ਨਿਰਭਉ ਬਣਨਾ ਚਾਹੁੰਦਾ, ਮੈਂ ਕਿਸੇ ਤੋਂ ਨਾ ਡਰਾਂ, ਤੇ ਲਾਇਸੈਂਸ ਰੱਖ, ਹਥਿਆਰ ਰੱਖ ਲਏ, ਸਭ ਕੁਝ ਰੱਖ ਲਿਆ, ਇਹਦਾ ਮਤਲਬ ਡਰ ਹੈ। ਮੈਂ ਕਿਸੇ ਤੋਂ ਨਾ ਡਰਾਂ, ਨਿਰਭਉ ਹੋਵਾਂ, ਕਿਵੇਂ ਹੋ ਸਕਦਾ ਹੈ? ਤੇ ਫਿਰ ਉਹਨੂੰ ਬਾਣੀ ਦੀ ਪੰਕਤੀ ਸੁਣਾ ਦਿਓ, ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਨਿਰਭਉ ਦਾ ਜਾਪ ਕਰਦਾ ਹੈ ਨਾ, ਉਹਦੇ ਸਾਰੇ ਭਉ ਮਿਟਦੇ ਤੇ ਜਿਹੜਾ ਨਿਰਭਉ ਦਾ ਜਾਪ ਨਹੀਂ ਕਰਦਾ, ਉਹਦੇ ਡਰ ਨਹੀਂ ਤੇ ਮਿਟਦੇ। ਇੱਥੇ ਪਾਠ ਆਇਆ ਜਪੈ, ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਜਪੇਗਾ ਵਾਹਿਗੁਰੂ ਵਾਹਿਗੁਰੂ, ਜਪੇਗਾ ਨਿਰਭਉ ਨੂੰ, ਤੇ ਉਹ ਵੀ ਨਿਰਭਉ ਹੋ ਜਾਏਗਾ। ਬਾਬਾ ਧੀਰਮਲ ਜੀ ਦੀ ਖੇਡ ਹੋਰ ਹੈ। ਇਹ ਕਹਿੰਦੇ ਵੀ ਬਾਦਸ਼ਾਹ ਕੋਲੋਂ ਡਰ ਕੇ ਰਹਿਣਾ ਚਾਹੀਦਾ। ਹਾਂਜੀ, ਕਿਤਹੂ ਕੀ ਰਸ ਕਹੂੰ ਨਿਕਾਰੈ। ਉਹ ਕਿਉਂਕਿ ਗੱਲ ਸਿੱਧ ਕਰਨੀ ਹੈ ਨਾ, ਵਿੱਚੋਂ ਗੱਲ ਹੋਰ ਸੀ, ਵੱਖਰਾ ਕੰਮ ਚਲਾਉਣਾ ਚਾਹੁੰਦੇ ਸੀ, ਪਰ ਬੰਦਾ ਗੱਲ ਸਿੱਧ ਕਰਨ ਲਈ ਬੜੀਆਂ ਦਲੀਲਾਂ ਦਿੰਦਾ ਹੈ ਜੀ। ਤੁਸੀਂ ਵੇਖ ਲਿਓ, ਮੇਰੀ ਗੱਲ ਸੱਚੀ ਹੈ, ਇਹਦੇ ਲਈ ਦਲੀਲਾਂ ਬੜੀਆਂ ਦੇਣਗੇ ਬੰਦੇ। ਬਾਬਾ ਧੀਰਮਲ ਜੀ ਕਹਿੰਦੇ ਵੀ ਬਾਦਸ਼ਾਹ ਲੋਕ ਕਿਸੇ ਦਾ ਗੁੱਸਾ ਕਿਸੇ ਤੇ ਵੀ ਕੱਢ ਦਿੰਦੇ ਹੁੰਦੇ ਆ, ਇਹ ਨਾ ਹੋਏ ਵੀ ਗੁਰੂ ਸਾਹਿਬ ਦਾ ਗੁੱਸਾ ਸਾਡੇ ਤੇ ਹੀ ਕੱਢ ਦੇਣ। ਹਾਂਜੀ, ਜਾਂ ਤੇ ਰਹਿਨ ਬਨੈ ਅਨੁਸਾਰ ਹੈ। ਇਸ ਕਰਕੇ ਬਾਦਸ਼ਾਹ ਦੇ ਅਨੁਸਾਰ ਰਹਿਣਾ ਚਾਹੀਦਾ ਹੈ। ਤੇ ਮੈਂ ਇੱਕ ਖਿਣ ਲਈ ਬੇਨਤੀ ਕਰ ਦਿੰਦਾ, ਦੋ ਸ਼ਬਦ ਨੇ ਦੁਨਿਆਵੀ ਭਾਸ਼ਾ 'ਚ, ਇੱਕ ਬਾਦਸ਼ਾਹ ਤੇ ਇੱਕ ਪਾਤਸ਼ਾਹ। ਗੁਰਬਾਣੀ 'ਚ ਪਰਮੇਸ਼ਰ ਨੂੰ ਕਿਤੇ ਬਾਦਸ਼ਾਹ ਨਹੀਂ ਆਖਿਆ ਜੀ। ਹਾਂ, ਇਹ ਜ਼ਰੂਰ ਲਿਖਿਆ ਬਾਦਸ਼ਾਹ, ਸ਼ਾਹ ਸਭ ਵਸ ਕਰ ਦੀਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੂੰ ਤੇ ਪਰਮੇਸ਼ਰ ਨੂੰ ਕਿਤੇ ਬਾਦਸ਼ਾਹ ਨਹੀਂ ਲਿਖਿਆ। ਜਿੱਥੇ ਵੀ ਲਿਖਿਆ ਪਾਤਸ਼ਾਹ ਲਿਖਿਆ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹ। ਕਿਤੇ ਬਾਦਸ਼ਾਹ ਨਹੀਂ ਲਿਖਿਆ, ਪਾਤਸ਼ਾਹ ਲਿਖਿਆ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਦੋ ਸ਼ਬਦ ਨੇ, ਇੱਕ ਬਾਦਸ਼ਾਹ ਸ਼ਬਦ ਹੈ, ਇੱਕ ਪਾਤਸ਼ਾਹ ਸ਼ਬਦ ਹੈ। ਇਹਨਾਂ ਦਾ ਮਤਲਬ ਸਮਝ ਲਿਓ। ਬਾਦਸ਼ਾਹ ਨਾਮ ਹੈ ਬਾਦਸ਼ਾਹ, ਬਾਦ ਨਾਮ ਹੈ ਲੜਾਈ ਦਾ, ਜਿਹੜਾ ਲੜਾਈਆਂ ਦਾ ਸ਼ਾਹ ਹੋਵੇ। ਬਾਦ ਨਾਮ ਝੂਠ ਦਾ ਵੀ ਹੈ, ਜਿਹੜਾ ਝੂਠ ਦਾ ਸ਼ਾਹ ਹੋਵੇ, ਜਿਹਦੇ ਕੋਲ ਜਾ ਕੇ ਬੰਦੇ ਦੀ ਇੱਜ਼ਤ ਖਰਾਬ ਵੀ ਹੋ ਸਕਦੀ ਹੈ, ਪਰ ਪਾਤਸ਼ਾਹ ਕੋਲ ਜਾ ਕੇ ਕਦੀ ਕਿਸੇ ਦੀ ਇੱਜ਼ਤ ਖਰਾਬ ਨਹੀਂ ਜੇ ਹੁੰਦੀ। ਪਾਤ ਨਾਮ ਪੱਤ ਦਾ ਹੈ, ਜਿਹੜਾ ਬੰਦੇ ਦੀ ਪੱਤ ਦਾ ਸ਼ਾਹ ਹੋਵੇ ਜੀ।
ਇੱਜ਼ਤ ਦਾ ਮਾਲਕ ਹੋਵੇ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਉਹ ਕਹਿੰਦੇ ਵੀ ਬਾਦਸ਼ਾਹ ਕੋ ਡਰਨਾ ਚਾਹੀਦਾ ਹੈ, ਜਿਹੜਾ ਹੈ ਹੀ ਬਾਦ ਮਤਲਬ ਝੂਠਾ। ਹਾਂਜੀ। ਸੁੰਦਰ ਕਹਿਓ ਨਾ ਹਮ ਤੇ ਬਨੈ। ਤੇ ਬਾਬਾ ਸੁੰਦਰ ਜੀ ਮਹਾਂਪੁਰਖ ਬ੍ਰਹਮ ਗਿਆਨੀ ਉਹ ਬਾਬੇ ਧੀਰ ਮੱਲ ਨੂੰ ਕਹਿੰਦੇ ਸਾਡੇ ਕੋਲੋਂ ਇਹ ਕੰਮ ਨਹੀਂ ਹੋਣਾ ਤੇਰੇ ਵਾਲਾ। ਇਤਕ ਗਮੀ ਮੈਂ ਮਿਲੈ ਨਾ ਭਨੈ। ਇਹਨੇ ਦੁੱਖ ਵਿੱਚ ਵੀ ਗੁਰੂ ਜੀ ਨੂੰ ਨਾ ਮਿਲ ਗਏ, ਵੀ ਪੁੱਤਰ ਚੜ੍ਹਾਈ ਕਰ ਗਿਆ ਤਾਂ ਅਜੇ ਵੀ ਨੇ ਮਹਾਰਾਜ ਨੂੰ ਮਿਲ ਗਏ। ਵਦੇ ਬਖੇਰੇ ਮਿਲਤੇ ਰਹੇ। ਜੇ ਬਖੇੜੇ ਵੱਧ ਵੀ ਜਾਣ ਅਸੀਂ ਪੈਰ ਪਿੱਛੇ ਨਹੀਂ ਪੁੱਟਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣਾ ਹੀ ਮਿਲਣਾ ਹੈ। ਇਹਨੂੰ ਕਹਿੰਦੇ ਤੇ ਨਿਰਭਉ ਜਪੈ ਸਗਲ ਭਉ ਮਿਟੈ। ਹਮ ਹੈ ਕਬ ਹੈ ਨਹ ਕਿਛ ਕਿਨ ਕਹੇ। ਹਮ ਹੈ ਕਬ ਹੈ ਨਹ ਕਿਛ ਕਿਨ ਕਹੇ। ਸਾਨੂੰ ਕਦੀ ਵੀ ਕਿਸੇ ਨੇ ਕੁਝ ਨਹੀਂ ਕਿਹਾ, ਕਿਸੇ ਬਾਦਸ਼ਾਹ ਨੇ ਨਹੀਂ ਕੁਝ ਕਿਹਾ। ਆਪ ਗੁਰੂ ਲਰ ਕਰ ਬਹੁਤ ਬੇਰੇ। ਬਸੇ ਵਿਚਰਤੇ ਲਵਪੁਰ ਨੇਰੇ। ਕਹਿੰਦੇ ਤੂੰ ਪੁੱਤਰ ਛੋਟਾ ਹੈ, ਤੈਨੂੰ ਪਤਾ ਨਹੀਂ ਹੈ ਗੁਰੂ ਸਾਹਿਬ ਤੇ ਬਾਦਸ਼ਾਹ ਨਾਲ ਜੰਗ ਕਰਨ ਤੋਂ ਬਾਅਦ ਵੀ ਲਾਹੌਰ 'ਚ ਵਿਚਰਦੇ ਰਹੇ ਆ। ਬਾਦਸ਼ਾਹ ਵੀ ਲਾਹੌਰ 'ਚ ਹੁੰਦਾ ਸੀ ਤੇ ਗੁਰੂ ਸਾਹਿਬ ਵੀ ਲਾਹੌਰ 'ਚ ਹੁੰਦੇ ਸੀ। ਹਾਂਜੀ। ਕਲਪ ਹੈ ਤਰਾਸ ਜਿਤਕ ਤੂੰ ਅਬੈ। ਪਰ ਬਾਦਸ਼ਾਹ ਕਦੀ ਕੁਝ ਕਰ ਨਹੀਂ ਸਕਿਆ। ਤੇ ਬਾਕੀ ਜਿਹੜੇ ਤੂੰ ਡਰ ਆਪਣੇ ਮਨ ਵਿੱਚ ਬਣਾਈ ਬੈਠਾ ਹੈ, ਸੁਨਿਓ ਨਾ ਦੇਖਿਓ ਪੂਰਬ ਕਬੈ। ਅਸੀਂ ਤੇ ਪਹਿਲਾਂ ਐਸਾ ਕਦੀ ਨਹੀਂ ਵੇਖਿਆ ਤੇ ਨਾ ਸੁਣਿਆ ਵੀ ਕੋਈ ਗੁਰੂ ਨੂੰ ਜਾ ਕੇ ਮਿਲੇ ਤਾਂ ਉਹਨੂੰ ਨੁਕਸਾਨ ਹੋ ਜਾਏ। ਹਮ ਤੋ ਹੋਤ ਪ੍ਰਭਾਤ ਜ਼ਰੂਰ। ਅਸੀਂ ਤੇ ਕੱਲ ਦਿਨ ਚੜ੍ਹਦਿਆਂ ਹੀ ਪਹੁੰਚੈ ਤੂਰਨ ਜਾਏ ਹਜ਼ੂਰ। ਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ ਹੈ, ਮਹਾਰਾਜ ਕੋਲ ਪਹੁੰਚ ਜਾਣਾ ਹੈ। ਸੁਨ ਸੁੰਦਰ ਤੇ ਤੂਸ਼ਨ ਹੋਇਓ। ਹੁਣ ਸੁੰਦਰ ਪਾਸੋਂ ਬਾਬਾ ਸੁੰਦਰ ਜੀ ਕੋਲੋਂ ਇਹ ਗੱਲ ਸੁਣ ਕੇ ਤੇ ਧੀਰਮਲ ਨੂੰ ਜਵਾਬ ਨਾ ਆਇਆ ਤਾਂ ਚੁੱਪ ਹੋ ਗਏ ਜੀ ਬਾਬਾ ਧੀਰਮਲ ਜੀ। ਗਾਢੋ ਭਾਵ ਗੁਰੂ ਮਹਿ ਜੋਇਓ। ਉਹਨੇ ਵੇਖਿਆ ਕਿ ਮੇਰੀਆਂ ਇਹਨਾਂ ਗੱਲਾਂ ਨੇ ਅਸਰ ਨਹੀਂ ਕਰਨਾ, ਇਹਨਾਂ ਦੇ ਮਨ ਵਿੱਚ ਗੁਰੂ ਜੀ ਦੇ ਪਰਥਾਏ ਪੱਕਾ ਪ੍ਰੇਮ ਹੈ। ਇੱਕ ਵਾਰੀ ਪਿਆਰ ਨਾਲ ਸਾਰੇ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਬਾਬਾ ਧੀਰਮਲ ਜੀ ਨੇ ਵੇਖ ਲਿਆ ਵੀ ਮੇਰੀਆਂ ਗੱਲਾਂ ਨੇ ਇਹਨਾਂ ਉੱਤੇ ਅਸਰ ਨਹੀਂ ਕਰਨਾ। ਤੇ ਸੱਚ ਇਹ ਹੈ ਜਿਨ੍ਹਾਂ ਦੇ ਮਨ ਉੱਤੇ ਪੂਰਾ ਭਰੋਸਾ ਹੈ ਨਾ, ਜਿਨ੍ਹਾਂ ਦੀ ਗੁਰੂ ਸਾਹਿਬ ਉੱਤੇ ਪਿਆਰਿਓ ਪੂਰੀ ਸ਼ਰਧਾ ਹੈ, ਉਹ ਨਹੀਂ ਤੇ ਡਰਦੇ। ਦੁਨੀਆ ਜੋ ਮਰਜ਼ੀ ਆਖੀ ਜਾਵੇ ਉਹ ਕਹਿੰਦੇ ਹੀ ਰਹਿੰਦੇ ਆ ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਉਹ ਕਹਿੰਦੇ ਹੀ ਰਹਿੰਦੇ ਆ। ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ। ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਦੁਨੀਆ ਕੀ ਕਹਿੰਦੀ ਹੈ ਉਹਨਾਂ ਉੱਤੇ ਅਸਰ ਨਹੀਂ ਪੈਂਦਾ ਜੀ। ਉਹ ਆਪਣੀ ਚਾਲ ਲੱਗੇ ਰਹਿੰਦੇ ਆ। ਭਾਈ ਵੀਰ ਸਿੰਘ ਜੀ ਕਹਿੰਦੇ ਪਾਣੀ ਨੂੰ ਲੱਖ ਵਾਰ ਡੱਕਣ ਦਾ ਯਤਨ ਕਰੋ, ਪਾਣੀ ਆਪਣੀ ਚਾਲੇ ਵਹੀ ਜਾਂਦਾ ਹੈ। ਹਾਂਜੀ। ਸਰਬ ਭਾਂਤ ਸੇਵਾ ਕਰਵਾਈ। ਇਸ ਕਰਕੇ ਪਿਆਰ ਵਾਲਿਆਂ ਉੱਤੇ ਕੱਚੀਆਂ ਗੱਲਾਂ ਦਾ ਅਸਰ ਨਹੀਂ ਤੇ ਹੁੰਦਾ, ਤੇ ਜਿਨ੍ਹਾਂ ਦੇ ਉੱਤੇ ਕੱਚੀਆਂ ਗੱਲਾਂ ਦਾ ਅਸਰ ਹੋ ਗਿਆ ਸਮਝੋ ਉਹ ਪਿਆਰ ਵਾਲੇ ਨਹੀਂ ਹੈਗੇ। ਉਹ ਪਿਆਰ ਵਾਲੇ ਨਹੀਂ ਹੈਗੇ। ਗੱਲ ਤੇ ਸ਼ਰਧਾ ਦੀ ਹੈ। ਇੱਕ ਨਿੱਕੀ ਜੀ ਸਾਖੀ ਹੈ, ਉਹ ਮੈਂ ਕਹਿ ਕੇ ਫਿਰ ਆਪਾਂ ਅੱਗੇ ਚੱਲਦੇ ਹਾਂ। ਆਪਾਂ ਦੁਨਿਆਵੀ ਬੰਦੇ ਸਮਝ ਲੈਨੇ ਜਿਹਦੇ ਕੋਲ ਜ਼ਿਆਦਾ ਮਾਇਆ ਉਹਦੇ ਕੋਲ ਜ਼ਿਆਦੀ ਕਿਰਪਾ ਜੀ। ਪਰ ਚੇਤਾ ਰੱਖਿਓ ਜਿਹਦਾ ਗੁਰੂ ਸਾਹਿਬ 'ਚ ਭਰੋਸਾ ਜ਼ਿਆਦਾ ਨਾ ਉਹ ਤੇ ਸਮਝੋ ਜ਼ਿਆਦੀ ਕਿਰਪਾ ਹੈ ਜੀ। ਇੱਕ ਸਿੱਖ ਆਨੰਦਪੁਰ ਸਾਹਿਬ ਚੱਲਾ, ਕਿਸੇ ਬਾਹਰਲੇ ਪ੍ਰਾਂਤ 'ਚੋਂ ਆਇਆ ਸੀ। ਉਹਨੂੰ ਇੱਕ ਅਮੀਰ ਬੰਦਾ ਪੁੱਛਦਾ ਕਿੱਧਰ ਚੱਲਣਾ ਹੈ? ਉਹ ਕਹਿੰਦਾ ਆਨੰਦਪੁਰ ਸਾਹਿਬ ਚੱਲਣਾ ਹੈ। ਉਹਨੇ ਉਸ ਜ਼ਮਾਨੇ ਦਾ ਸਭ ਤੋਂ ਵੱਡਾ ਨੋਟ ਦਿੱਤਾ ਉਹਨੂੰ, ਕਹਿੰਦਾ ਮਹਾਰਾਜ ਨੂੰ ਚੜਾਈ। ਇੱਕ ਗਰੀਬ ਸਿੱਖ ਵੀ ਮਿਲਿਆ,
ਉਹ ਗਰੀਬ ਸਿੱਖ ਕਹਿੰਦਾ ਮੈਂ ਸੁਣਿਆ ਤੂੰ ਬਾਜਾਂ ਵਾਲੇ ਕੋਲ ਚੱਲਿਆ, ਆਨੰਦਪੁਰ ਸਾਹਿਬ ਚੱਲਿਆ। ਉਹ ਕਹਿੰਦਾ ਹਾਂ। ਕਹਿੰਦਾ ਆ ਲੈ ਮੇਰਾ ਵੀ ਇੱਕ ਦਮੜਾ ਮਹਾਰਾਜ ਨੂੰ ਚੜਾ ਦੀ। ਆਪਾਂ ਵੀ ਕਹਿੰਦੇ ਹੀ ਆ ਜਦੋਂ ਕੋਈ ਹਜ਼ੂਰ ਸਾਹਿਬ ਜਾਵੇ ਤੇ ਮਾਇਆ ਫੜਾ ਦਿੰਦੇ ਵੀ ਸਾਡੀ ਵੀ ਚੜਾ ਦਿਓ। ਉਹ ਸਿੱਖ ਆਨੰਦਪੁਰ ਸਾਹਿਬ ਬਾਜਾਂ ਵਾਲੇ ਸਤਿਗੁਰੂ ਦੇ ਚਰਨਾਂ 'ਚ ਪਹੁੰਚਿਆ। ਉਹ ਜਾ ਕੇ ਮਹਾਰਾਜ ਨੂੰ ਮੱਥਾ ਟੇਕਦਾ ਤੇ ਮਹਾਰਾਜ ਪੁੱਛਦੇ ਨਗਰ ਖੇੜੇ ਦਾ ਸੁੱਖ ਪੁੱਛਦੇ ਆ। ਉਹਨੇ ਦੱਸਿਆ, ਕਹਿੰਦਾ ਮਹਾਰਾਜ ਇੱਕ ਅਮੀਰ ਬੰਦਾ ਮਿਲਿਆ, ਉਹਦੇ ਤੇ ਤੁਹਾਡੀ ਬੜੀ ਕਿਰਪਾ ਸੀ, ਬੜੀ ਕਿਰਪਾ। ਮਹਾਰਾਜ ਆ ਵੱਡੀ ਮਾਇਆ, ਜਾਦੀ ਮਾਇਆ ਉਹਨੇ ਭੇਜੀ ਹੈ। ਤੇ ਮਹਾਰਾਜ ਕਹਿੰਦੇ ਆ ਇੱਕ ਦਮੜਾ। ਹਾਂ ਮਹਾਰਾਜ ਇਹ ਵੀ ਇੱਕ ਹੈਗਾ, ਉਹਨੇ ਦਿੱਤਾ। ਮਹਾਰਾਜ ਕਹਿੰਦੇ ਪਿਆਰਿਆ ਇਹ ਕਿਰਪਾ ਦੀ ਨਿਸ਼ਾਨੀ ਨਹੀਂ ਹੈਗੀ। ਆ ਜਿਹੜੀ ਜਾਦੀ ਮਾਇਆ ਨਾ ਇਹ ਕਿਰਪਾ ਦੀ ਨਿਸ਼ਾਨੀ ਨਹੀਂ ਹੈਗੀ। ਜੇ ਬਹੁਤੀ ਕਿਰਪਾ ਹੈ ਨਾ ਸਾਡੀ ਤੇ ਉਹ ਇੱਕ ਦਮੜੇ ਵਾਲੇ ਤੇ ਹੈ। ਕਹਿੰਦਾ ਮਹਾਰਾਜ 7 ਵਜਨ। ਪਰ ਇਹ ਗੱਲ ਪਤਾ ਕਿਵੇਂ ਲੱਗੇ? ਮਹਾਰਾਜ ਕਹਿੰਦੇ ਤੂੰ ਦੋਵਾਂ ਨੂੰ ਇੱਕ ਗੱਲ ਕਹਿਣੀ ਹੈ ਤੇ ਦੋਵਾਂ ਦਾ ਜਵਾਬ ਸੁਣਨਾ। ਮਹਾਰਾਜ ਨੇ ਜੋ ਕਹਿਣਾ ਸੀ ਨਾ ਉਹਨੇ, ਉਹ ਮਹਾਰਾਜ ਨੇ ਉਹਨੂੰ ਕਹਿਤਾ। ਉਹ ਗਿਆ। ਅਮੀਰ ਬੰਦਾ ਕਹਿੰਦਾ ਸੁਣਾ ਹੋ ਆਇਆ ਆਨੰਦਪੁਰ ਸਾਹਿਬ ਤੋਂ? ਕਹਿੰਦਾ ਹਾਂ ਹਾਂ ਦਰਸ਼ਨ ਕਰ ਆਇਆ। ਕਹਿੰਦਾ ਫਿਰ ਕਿਹੋ ਜਿਹੇ ਦਰਸ਼ਨ ਕੀਤੇ ਬਾਜਾਂ ਵਾਲੇ ਦੇ? ਉਹ ਕਹਿੰਦਾ ਬੜੇ ਆਨੰਦ ਵਾਲੇ, ਬੜੇ ਵਧੀਆ ਦਰਸ਼ਨ ਕੀਤੇ ਮੈਂ। ਉਹ ਕਹਿੰਦਾ ਫਿਰ ਮੇਰੇ ਬਾਰੇ ਕੁਝ ਕਹਿੰਦੇ ਸੀ? ਕਹਿੰਦਾ ਕਿਹਾ ਤੇ ਕੁਝ ਨਹੀਂ, ਪਰ ਮੈਂ ਇੱਕ ਕੌਤਕ ਵੇਖਿਆ। ਉਹ ਕਹਿੰਦਾ ਕੀ ਕੌਤਕ ਵੇਖਿਆ? ਕਹਿੰਦਾ ਕੌਤਕ ਇਹ ਦੇਖਿਆ ਇੱਕ ਸਿੱਖ ਨੇ ਮਹਾਰਾਜ ਨੂੰ ਸੂਈ ਭੇਟਾ ਕੀਤੀ, ਸੂਈ। ਤੇ ਇੱਕ ਸਿੱਖ ਨੇ ਮਹਾਰਾਜ ਨੂੰ ਹਾਥੀ ਭੇਟ ਕੀਤਾ। ਤੇ ਹੋ ਨਹੀਂ ਸੀ ਸਕਦਾ, ਪਰ ਪਤਾ ਨਹੀਂ ਕਿਵੇਂ ਹੋ ਗਿਆ। ਜਿਵੇਂ ਮਹਾਰਾਜ ਨੇ ਕਿਹਾ ਸੀ ਉਹਨੇ ਬੋਲਿਆ ਵੀ ਉਹ ਸੂਈ ਦਾ ਜਿਹੜਾ ਨੱਕਾ ਸੀ ਨਾ, ਜਿਹੜਾ ਸੂਈ ਦਾ ਛੇਦ ਹੁੰਦਾ ਜਿਹਦੇ ਚੋਂ ਧਾਗਾ ਕੱਢੀਦਾ, ਕਿੱਡਾ ਬਰੀਕ ਹੁੰਦਾ ਉਹ। ਕਹਿੰਦਾ ਉਸ ਸੂਈ ਦੇ ਨੱਕੇ ਚੋਂ ਮਹਾਰਾਜ ਨੇ ਹਾਥੀ ਕੱਢਤਾ। ਤੇ ਜਿਹੜਾ ਬਹੁਤਾ ਅਮੀਰ ਸੀ ਨਾ ਉਹ ਕਹਿੰਦਾ ਕਿਉਂ ਗੱਪਾਂ ਮਾਰਦਾ ਹੈ, ਇੰਜ ਨਹੀਂ ਹੋ ਸਕਦਾ, ਇਹ ਗੱਪਾਂ ਨੇ। ਚਲੋ ਸੁਣ ਕੇ ਆ ਗਿਆ। ਉਹ ਇੱਕ ਦਮੜਾ ਜਿਹਨੇ ਦਿੱਤਾ ਸੀ ਨਾ ਉਹ ਵੀ ਮਿਲਿਆ। ਕਹਿੰਦਾ ਸੁਣਾ ਬਾਜਾਂ ਵਾਲੇ ਸਤਿਗੁਰੂ ਦੇ ਚਰਨਾਂ ਚੋਂ ਆਇਆ, ਮਹਾਰਾਜ ਦੇ ਦਰਬਾਰ ਦੀ ਸ਼ੋਭਾ ਸੁਣਾ। ਉਹਨੇ ਸ਼ੋਭਾ ਸੁਣਾਈ। ਕਹਿੰਦਾ ਕੀ ਬਰਕਤਾਂ ਵੇਖ ਕੇ ਆਇਆ? ਉਹਨੇ ਉਹਨੂੰ ਗੱਲ ਦੂਜੇ ਤਰੀਕੇ ਨਾਲ ਸੁਣਾਈ। ਕਹਿੰਦਾ ਭਰਾਵਾ ਵੇਖਣਾ ਕੀ ਹੈ? ਉੱਥੇ ਤੇ ਮੈਂ ਵੇਖ ਕੇ ਹੈਰਾਨ ਹੀ ਰਹਿ ਗਿਆ। ਸਿੱਖ ਨੇ ਸੂਈ ਦਿੱਤੀ, ਇੱਕ ਨੇ ਚੜਾਈ, ਇੱਕ ਨੇ ਹਾਥੀ ਚੜਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਸੂਈ ਦੇ ਨੱਕੇ ਚੋਂ ਇੱਕ ਹਾਥੀ ਕੱਢਤਾ। ਤੇ ਜਿਹੜਾ ਗਰੀਬ ਸੀ ਨਾ ਉਹ ਕਹਿੰਦਾ ਇਹਦੇ ਚ ਕਿਹੜੀ ਵੱਡੀ ਗੱਲ ਹੈਗੀ ਆ? ਗੁਰੂ ਗੋਬਿੰਦ ਸਿੰਘ ਇੰਨੇ ਵੱਡੇ ਨੇ, ਇੱਕ ਖਿੰਨ ਚ ਸੂਈ ਦੇ ਨੱਕੇ ਚੋਂ ਹਜ਼ਾਰਾਂ ਹਾਥੀ ਕੱਢ ਸਕਦੇ ਹੈ। ਬੋਲੇ ਸੋ ਨਿਹਾਲ। ਇਹ ਕਿਹੜੀ ਵੱਡੀ ਗੱਲ ਹੈ? ਤੋ ਸਿੱਖ ਨੂੰ ਸਮਝ ਆ ਗਈ ਵੀ ਜੇ ਕਿਰਪਾ ਵਾਲੀ ਗੱਲ ਹੈ ਤੇ ਕਿਰਪਾ ਤਾਂ ਉਸ ਗਰੀਬ ਤੇ ਹੀ ਹੈ। ਸੋ ਬੜੀ ਵੱਡੀ ਕਿਰਪਾ 'ਚ ਸਤਿਗੁਰੂ ਜੀ ਦੇ ਉੱਤੇ ਮਨ ਸ਼ਰਧਾ ਵਿੱਚ ਰਹਿਣਾ, ਸਤਿਗੁਰੂ ਜੀ ਦੇ ਉੱਤੇ ਭਰੋਸੇ ਵਿੱਚ ਮਨ ਰਹਿਣਾ। ਬਾਬਾ ਬਿਧੀ ਚੰਦ ਜੀ ਨੇ ਕਿਹਾ ਸੀ ਨਾ ਕਿ ਗੁਰੂ ਉੱਤੇ ਭਰੋਸਾ ਪੂਰਾ ਰੱਖਣਾ, ਉਪਦੇਸ਼ ਦਿੱਤਾ ਸੀ। ਇਸ ਕਰਕੇ ਇਹ ਜਿਆਦੀ ਵੱਡੀ ਗੱਲ ਹੈ, ਇਹ ਜਿਆਦੀ ਵੱਡੀ ਗੱਲ ਹੈ ਕਿ ਸਤਿਗੁਰੂ ਜੀ ਦੇ ਉੱਤੇ ਸ਼ਰਧਾ ਰੱਖਣੀ, ਭਰੋਸਾ ਰੱਖਣਾ। ਬਾਬੇ ਧੀਰਮਲ ਹੋਣਾ ਵੇਖਿਆ ਵੀ ਮੇਰੀਆਂ ਕੱਚੀਆਂ ਗੱਲਾਂ ਨੇ ਇਹਨਾਂ ਉੱਤੇ ਅਸਰ ਨਹੀਂ ਕੀਤਾ। ਆਖੋ ਵਾਹਿਗੁਰੂ ਵਾਹਿਗੁਰੂ। ਚੇਤਾ ਰੱਖਿਓ, ਸ਼ਰਧਾ ਦੇ ਦੁੱਧ ਨੂੰ ਬਚਾ ਕੇ ਰੱਖਣ ਦੀ ਲੋੜ ਹੈਗੀ, ਕਿਤੇ ਕਾਂਜੀ ਰੂਪੀ ਛਿੱਟ ਨਾ ਪੈ ਜਾਵੇ।
ਕਥਾ ਚਲੋ ਪਿੱਛੇ ਹੋ ਚੁੱਕੀ, ਮੈਂ ਬਿਲਕੁਲ ਛੋਟਾ ਜਿਹਾ ਪ੍ਰਮਾਣ ਦੇ ਕੇ ਅੱਗੇ ਚੱਲਦਾ। ਉਹ ਜਿਹੜਾ ਆਇਆ ਸੀਗਾ ਖੋਜਾ ਅਨਵਰ ਖਾਂ, ਕਹਿੰਦਾ ਸੀ ਮਹਾਰਾਜ ਪਹਿਲਾਂ ਤੇ ਬੜੇ ਪਿਆਰ ਨਾਲ ਮੈਨੂੰ ਮਿਲਦੇ ਤੇ ਹੁਣ ਨਹੀਂ ਮਿਲਦੇ। ਮਹਾਰਾਜ ਕਹਿਣ ਲੱਗੇ ਦੁੱਧ ਬੜਾ ਤਿਆਰ ਹੋਵੇ ਤੇ ਉਹਦੇ ਚ ਨਿੰਬੂ ਨਿਚੋੜ ਦਿਓ ਨਾ ਤੇ ਉਹ ਫਟ ਜਾਂਦਾ ਤੇ ਮੁੜ ਸਹੀ ਨਹੀਂ ਹੁੰਦਾ। ਬਸ ਜਿਹਦੇ ਮਨ ਵਿੱਚ ਸ਼ੰਕਾ ਆ ਜੇ ਨਾ ਮੁੜ ਗੱਲ ਨਹੀਂ ਬਣਦੀ। ਆਖੋ ਵਾਹਿਗੁਰੂ। ਉਹਨਾਂ ਵੇਖਿਆ ਬਾਬੇ ਧੀਰਮਲ ਨੇ ਵੀ ਇਹਨਾਂ ਦਾ ਮਨ ਸ਼ੰਕਾਲੂ ਨਹੀਂ ਹੋ ਸਕਦਾ, ਇਹ ਸ਼ਰਧਾ ਵਾਲੇ ਹਨ। ਫਿਰ ਸਰਬ ਭਾਂਤ ਸੇਵਾ ਕਰਵਾਈ, ਸਾਰੀ ਸੇਵਾ ਕਰਵਾਈ। ਨਿਸਮਹਿ ਰਚੀ ਅਪਰ ਚਤੁਰਾਈ। ਪਰ ਰਾਤ ਨੂੰ ਇੱਕ ਚਲਾਕੀ ਖੇਡ ਦਿੱਤੀ ਜੀ। ਹਾਂਜੀ, ਦਾਤੂ ਸੁਤ ਕੋ ਨਿਆਰੋ ਕਰਕੇ। ਬਾਬਾ ਦਾਤੂ ਜੀ ਉਹਨਾਂ ਦੇ ਪੁੱਤਰ ਨੂੰ ਵੱਖਰਿਆਂ ਕਰਕੇ ਸਮਝਾਇਓ ਬਹੁ ਰੀਤ ਉਚਰ ਕੇ। ਬੜੇ ਤਰੀਕਿਆਂ ਨਾਲ ਸਮਝਾਇਆ ਜੀ। ਹਾਂਜੀ, ਕਰ ਲੀਨੋ ਆਪਣੇ ਅਨੁਸਾਰ। ਹੁਣ ਉਹਨਾਂ ਚ ਦੇ ਸ਼ਰਧਾ ਵਾਲਾ ਬੈਲੈਂਸ ਪੂਰਾ ਨਹੀਂ ਸੀ ਹੈਗਾ ਜੀ। ਬਾਬੇ ਦਾਤੂ ਦੇ ਪੁੱਤਰ ਚ ਧੀਰਮਲ ਨੇ ਉਹਨੂੰ ਆਪਣੇ ਨਾਲ ਰਲਾ ਲਿਆ। ਸੁੰਦਰ ਪਰਮਾਨੰਦ ਤੇ ਪਾਰ। ਤੇ ਬਾਬੇ ਸੁੰਦਰ ਤੋਂ ਤੇ ਬਾਬੇ ਪਰਮਾਨੰਦ ਤੋਂ ਵੱਖਰਿਆਂ ਕਰ ਦਿੱਤਾ ਜੀ ਉਹਨੇ। ਹਾਂਜੀ, ਰਾਖਿਓ ਆਪਣੇ ਸਦਨ ਟਿਕਾਏ। ਧੀਰਮਲ ਨੇ ਦੋਵਾਂ ਵਾਹਿਗੁਰੂ ਕੱਲੇ ਬਾਬੇ ਦਾਤੂ ਦੇ ਪੁੱਤਰ ਨੂੰ ਆਪਣੇ ਘਰ ਰੱਖ ਲਿਆ। ਨਹਿ ਕੀਰਤਪੁਰ ਮੈਂ ਤਬ ਆਏ। ਤੇ ਉਹ ਕੀਰਤਪੁਰ ਸਾਹਿਬ ਨਹੀਂ ਆਇਆ ਜੀ। ਉਹਨੂੰ ਉਹ ਡਰ ਗਿਆ ਜੀ ਵੀ ਬਾਦਸ਼ਾਹ ਕਿਤੇ ਸਾਡੇ ਖਿਲਾਫ ਹੀ ਨਾ ਹੋ ਜਾਏ। ਹਾਂਜੀ, ਸ੍ਰੀ ਗੁਰ ਅਮਰ ਅੰਸ ਚੱਲ ਆਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਸ਼ ਬੰਸ ਮਿਲੇ ਪਰਸ ਪਰ ਸੀਸ ਨਿਵਾਏ। ਉਹ ਫਿਰ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਏ ਜੀ। ਹਾਂਜੀ, ਕੌਣ? ਬਾਬਾ ਸੁੰਦਰ ਜੀ ਤੇ ਬਾਬਾ ਪਰਮਾਨੰਦ ਜੀ। ਉਹ ਕੀਰਤਪੁਰ ਸਾਹਿਬ ਆਏ। ਰਾਏ ਜੋਧ ਸੁਤ ਭਰਾਤ ਸਮੇਤ। ਉਥੇ ਰਾਏ ਜੋਧ ਬੈਠਾ ਹੈ। ਰਾਏ ਜੋਧ ਦਾ ਭਰਾ ਸਲੇਮ ਸ਼ਾਹ ਬੈਠਾ ਹੈ। ਉਹਦੇ ਪੁੱਤਰ ਬੈਠੇ ਹਨ। ਸੰਗ ਭਾਰਜਾ ਚਲਬੇ ਹੇਤ। ਆਪਣੀ ਪਤਨੀ ਨੂੰ ਲੈ ਕੇ ਰਾਏ ਜੋਧ ਨਾਲ ਆ ਰਿਹਾ। ਹੋਏ ਤਿਆਰ ਤਤ ਛਿਨ ਚੜ ਆਇਓ। ਉਹ ਵੀ ਤਤ ਛੇਨੀ ਕੀਰਤਪੁਰ ਸਾਹਿਬ ਆ ਗਿਆ। ਹਾਂਜੀ, ਰੂਪਾ ਨਿਕਟ ਬੁਲਾਏ ਮੰਗਾਇਓ। ਤੇ ਸੁਨੇਹਾ ਭੇਜ ਕੇ ਭਾਈ ਰੂਪੇ ਨੂੰ ਵੀ ਸੱਦ ਲਿਆ ਜੀ। ਹਾਂਜੀ, ਭਾ ਪਰਲੋਕ ਸਿੱਧੂ ਸਿੱਖ ਕੇਰਾ। ਹਾਂਜੀ, ਜੀਤਿਓ ਜਨਮ ਨਾ ਭਵ ਜਲ ਫੇਰਾ। ਆਖੋ ਵਾਹਿਗੁਰੂ। ਭਾਈ ਰੂਪਾ ਜੀ ਦੇ ਪਿਤਾ ਜੀ ਸਰੀਰ ਤਿਆਗ ਗਏ ਸਨ। ਉਹਨਾਂ ਆਪਣਾ ਜਨਮ ਸਵਾਰ ਲਿਆ ਜੀ। ਹਾਂਜੀ, ਕ੍ਰਮ ਕ੍ਰਮ ਪੰਥ ਉਲੰਘਨ ਕੀਨੋ। ਸਹਿਜੇ ਸਹਿਜੇ ਸਾਰਾ ਰਾਹ ਮਾਲਵੇ ਚੋਂ ਤੈਅ ਕਰਦੇ ਹੋਏ ਡੇਰਾ ਵਹਿਰ ਆਨ ਕਰ ਦੀਨੋ। ਤੇ ਕੀਰਤਪੁਰ ਸਾਹਿਬ ਦੇ ਬਾਹਰ ਉਹਨਾਂ ਨੇ ਡੇਰਾ ਕਰ ਲਿਆ, ਤੰਬੂ ਲਾ ਲਏ। ਕਿਉਂ ਫੌਜ ਰੱਖਦਾ ਸੀ ਨਾ ਬਾਬਾ ਰਾਏ ਜੋਧ ਜੀ, ਫੌਜ ਰੱਖਦੇ ਸੀਗੇ। ਹਾਂਜੀ, ਸੁਪਟ ਸੈਂਕੜੇ ਸੰਗ ਸੁਹਾਏ। ਸੈਂਕੜੇ ਸਿਪਾਹੀ ਉਹਨਾਂ ਦੇ ਨਾਲ ਸਨ। ਬ੍ਰਿੰਦ ਸਭਾਸਦ ਕਰ ਇੱਕ ਥਾਏ। ਵੱਡੀ ਸਭਾ ਲਗਾ ਲਈ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ। ਜਹਾਂ ਬੈਠ ਜਗਦੀਸ਼ ਗੋਸਾਈ। ਹਾਂਜੀ, ਧਰਤ ਸ਼ੋਕ ਨਿਰਪ ਨਰ ਸਮੁਦਾਈ। ਤੇ ਸਾਰੇ ਮਹਾਰਾਜ ਦੇ ਚਰਨਾਂ 'ਚ ਪਹੁੰਚੇ। ਜਿਵੇਂ ਕਿਸੇ ਦੇ ਘਰ ਵਿੱਚ ਕੋਈ ਸਰੀਰ ਤਿਆਗਦਾ ਤੇ ਦੁਨੀਆ ਅਫਸੋਸ ਕਰਨ ਲਈ ਜਾਂਦੀ ਹੈ। ਅਫਸੋਸ ਕਰਨ ਲਈ ਜਾਂਦੀ ਵੀ ਇਹਨੂੰ ਬੁਲਾ ਲਈਏ, ਇਹਨੂੰ ਕਵਾ ਲਈਏ। ਇਹਦਾ ਵੈਸੇ ਮਤਲਬ ਹੁੰਦਾ ਵੀ ਦੁੱਖ ਵਿੱਚ ਸ਼ਰੀਕ ਹੋਣਾ ਨਹੀਂ। ਪਰ ਗੁਰੂ ਨਾਨਕ ਦਾ ਘਰ ਤਾਂ ਉਹ ਹੈ ਹਰਖ ਅਨੰਤ ਸੋਗ ਨਹੀਂ ਬੀਆ, ਸੋਗ ਘਰ ਗੁਰੂ ਨਾਨਕ ਕੋ ਦੀਆ। ਹਾਂਜੀ, ਪਹੁੰਚੇ ਜਾਏ ਗੁਰੂ ਕੇ ਤੀਰ। ਸਾਰੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚੇ। ਲੱਗਿਓ ਦੀਵਾਨ ਅਗਰ ਨਰ ਭੀਰ। ਭੀੜ ਲੱਗ ਗਈ, ਬੜਾ ਵੱਡਾ ਦੀਵਾਨ ਸੱਜ ਗਿਆ। ਫਰਸ਼ ਦਰਾਜ਼ ਭਇਓ ਅਵਲੋਕਾ। ਦਿਸ਼ ਦੋਨੋਂ ਮੈਂ ਭਾਵਦ ਸ਼ੋਕਾ। ਤੇ ਸਾਧ ਸੰਗਤ ਜੀ ਵੱਡੀ ਵਿਛਾਈ ਕੀਤੀ ਗਈ ਤੇ ਬੜਾ ਸ਼ੋਕ ਵਧਿਆ ਹੋਇਆ। ਬੈਰਾਗ ਵਾਲਾ ਮਾਹੌਲ ਹੈ। ਚਰਨ ਸਰੋਜ ਗੁਰੂ ਕੇ ਬੰਦੇ। ਗੁਰੂ ਜੀ ਦੇ ਚਰਨ ਕਮਲਾਂ ਤੇ ਬੰਦਨਾ ਕੀਤੀ ਜੀ ਗੁਰੂ ਦੇ ਸਿੱਖਾਂ ਨੇ। ਬੈਠਾਰੇ ਸਨਮਾਨ ਬਿਲੰਦੇ। ਮਹਾਰਾਜ ਜੀ ਨੇ ਸਨਮਾਨ ਨਾਲ ਸਾਰਿਆਂ ਨੂੰ ਬਿਠਾਇਆ। ਰਾਏ ਜੋਧ ਜੋਧ ਰਾਏ ਕਰ ਜੋਰ ਬਖਾਨਾ। ਤੇ ਬਾਬਾ ਰਾਏ ਜੋਧ ਜੀ
ਜਦੋਂ ਅਸੀਂ ਹੁਣ ਮਾਲਵੇ ਚ ਗਏ ਨਾ ਦਰਸ਼ਨ ਕਰਨ, ਕਥਾ ਪੜ੍ਹ ਕੇ ਸਾਰੀ, ਤੇ ਰਾਏ ਜੋਧ ਨੂੰ ਕਾਂਗੜਪੁਰ ਚ ਲੋਕ ਬਾਬਾ ਰਾਏ ਜੋਧ ਕਹਿੰਦੇ ਹੁਣ ਵੀ ਜੀ। ਰਾਏ ਜੋਧ ਜੀ ਨੇ ਹੱਥ ਜੋੜ ਕੇ ਗੱਲ ਸ਼ੁਰੂ ਕੀਤੀ। ਸ੍ਰੀ ਗੁਰ ਦਿੱਤਾ ਪਰਮ ਸੁਜਾਨਾ। ਮਹਾਰਾਜ ਬਾਬਾ ਗੁਰਦਿੱਤਾ ਜੀ ਪਰਮ ਸਿਆਣੇ ਸਨ, ਬਹੁਤ ਸਿਆਣੇ ਸਨ। ਕਾਰਨ ਕੌਣ ਭਇਓ ਦੁਖਿਆਰਾ। ਕੀ ਇਹੋ ਜਿਹਾ ਦੁਖਦਾਈ ਕਾਰਨ ਹੋ ਗਿਆ ਜਿਸ ਤੇ ਪਹੁੰਚੇ ਸੁਰਗ ਮਝਾਰਾ। ਜਿਹਦੇ ਕਰਕੇ ਇੱਕਦਮ ਬਾਬਾ ਗੁਰਦਿੱਤਾ ਜੀ ਨੇ ਸਰੀਰ ਹੀ ਤਿਆਗ ਦਿੱਤਾ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਕਹਾਂ ਅਚਾਨਕ ਅਸਗਤ ਹੋਈ। ਅਚਾਨਕ ਹੀ ਮਹਾਰਾਜ ਸਾਨੂੰ ਤਾਂ ਕੋਈ ਚਿੱਤ ਚੇਤਾ ਹੀ ਨਹੀਂ ਸੀਗਾ। ਪੂਰਬ ਸੁਣੀ ਨਹੀਂ ਹਮ ਕੋਈ। ਪਹਿਲਾਂ ਅਸੀਂ ਕਦੀ ਕੋਈ ਗੱਲ ਵੀ ਨਹੀਂ ਸੁਣੀ ਸੀ ਐਸੀ। ਹਾਂਜੀ। ਭਾਨਾ ਆਦ ਸੁਣਨ ਸਭ ਬੈਸੇ। ਤੇ ਬਾਬਾ ਭਾਨਾ ਜੀ ਹੋਰ ਸਾਰੇ ਸੁਣਨ ਵਾਸਤੇ ਉੱਤਰ ਸਾਰੇ ਤਿਆਰ ਬੈਠੇ ਸੀਗੇ। ਸ੍ਰੀ ਹਰਗੋਬਿੰਦ ਉਚਰਿਓ ਐਸੇ। ਹੱਥ ਜੋੜੋ ਤੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ, ਸਾਡੇ ਬੰਦੇ ਨਾ ਜਿਹਦੇ ਮਰਜ਼ੀ ਮਗਰ ਲੱਗ ਜਾਂਦੇ ਆ। ਚਲੋ ਗਾਇਕ ਮਰਿਆ ਸਿੱਧੂ ਮੂਸੇਵਾਲਾ, ਠੀਕ ਹੈ, ਜਵਾਨ ਪੁੱਤ ਕਿਸੇ ਦਾ ਮਰਿਆ, ਅਸੀਂ ਮਾੜਾ ਨਹੀਂ ਕਹਿੰਦੇ ਵੀ ਚਲੋ ਵਾਹਿਗੁਰੂ ਜੀ ਦਾ ਭਾਣਾ ਹੈ। ਜਿਹਨੇ ਮਾਰਿਆ ਬੁਰਾ ਕੀਤਾ ਜੀ, ਕਿਸੇ ਦਾ ਜਵਾਨ ਪੁੱਤ ਨਹੀਂ ਮਾਰਨਾ ਚਾਹੀਦਾ। ਪਰ ਲੋਕ ਕਮਲੇ ਹੋ ਗਏ, ਪਿੱਛੇ ਉਹਦੇ ਸ਼ਦਾਈ ਹੋ ਗਏ। ਉਹਦੇ ਪਿਤਾ ਦੇ ਕਿੱਡੇ ਬਿਆਨ ਆਉਂਦੇ ਆ, ਕਈ ਕੁਝ ਹੁੰਦਾ, ਨੈਟ ਤੇ ਬੜੀਆਂ ਫੋਟੋਆਂ ਪਾਉਂਦੇ ਆ। ਉਹਦੇ ਮਾਂ ਪਿਓ ਰੋਂਦੇ ਆ, ਸੰਸਾਰੀ ਨੇ, ਉਹਨਾਂ ਦੀ ਕਿਹੜੀ ਕੋਈ ਆਤਮਿਕ ਅਵਸਥਾ ਹੈਗੀ ਹੈ, ਰੋ ਸਕਦੇ ਆ। ਪਰ ਇਹ ਫਰਕ ਚ ਗੁਰੂ ਵਿੱਚ ਤੇ ਆਮ ਬੰਦੇ ਚ। ਬਾਬਾ ਗੁਰਦਿੱਤਾ ਸਾਹਿਬ ਜੀ ਸਰੀਰ ਤਿਆਗਿਆ ਤੇ ਪੁੱਛਦੇ ਆ ਕੇ ਰਾਏ ਜੋਧ ਜੀ, ਮਹਾਰਾਜ ਕੀ ਕਾਰਨ ਹੋਇਆ? ਤੇ ਗੁਰੂ ਹਰਗੋਬਿੰਦ ਸਾਹਿਬ ਹੁਣ ਅੱਗੋਂ ਉੱਤਰ ਦਿੰਦੇ ਆ। ਹਾਂਜੀ। ਜੇ ਮ੍ਰਿਤ ਕੇ ਕਾਰਨ ਹੈ ਨਾਨਾ। ਹਾਂਜੀ। ਸੋ ਸਭ ਜਾਨੋ ਕੀਨ ਬਹਾਨਾ। ਮਹਾਰਾਜ ਕਹਿਣ ਲੱਗੇ, ਰਾਏ ਜੋਧ, ਮੌਤ ਦੇ ਜਿੰਨੇ ਵੀ ਕਾਰਨ ਨੇ ਨਾ, ਉਹ ਤਾਂ ਇੱਕ ਬਹਾਨਾ ਹੀ ਹੁੰਦਾ ਹੈ। ਮੌਤ ਤਾਂ ਆ ਗਈ ਰਹਿੰਦੀ ਹੈ, ਕੋਈ ਹੋਰ ਨਹੀਂ ਕਹਿ ਸਕਦਾ। ਬਹਾਨਾ ਹੀ ਬਣਦਾ, ਕੋਈ ਵੀ ਬਣ ਜਾਏ। ਇਹ ਫਰਕ ਤੇ ਸਤਿਗੁਰੂ ਵਿੱਚ ਤੇ ਆਮ ਬੰਦਿਆਂ ਵਿੱਚ ਜੀ। ਹਾਂਜੀ। ਜਿਮ ਪੂਰਬ ਹੋਏ ਲਿਖਤ ਲਿਲਾਰਾ। ਜਿਵੇਂ ਪਹਿਲਾਂ ਲਿਖੀ ਹੈ ਪਰਮੇਸ਼ਰ ਦੀ ਲਿਖਤ, ਜਿਵੇਂ ਦੇ ਭਾਗ ਮੱਥੇ ਤੇ ਲਿਖੇ ਹੈ, ਤਿਸ ਅਨੁਸਾਰ ਰਹਿਤ ਜਗ ਸਾਰਾ। ਸਾਰਾ ਜਗ ਹੀ ਉਹਦੇ ਅਨੁਸਾਰ ਤੁਰਿਆ ਫਿਰਦਾ, ਕੋਈ ਇੱਕ ਅੱਧਾ ਨਹੀਂ। ਮਾਏ ਹੋਣਹਾਰ ਸੋ ਹੋਈ ਹੈ, ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਨੀ ਹੋਏ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮਹਾਰਾਜ ਕਹਿੰਦੇ ਤੇ ਹੋਣਾ ਹੀ ਹੈ। ਹਾਂਜੀ। ਜੀਵੋ ਕੇਤਕ ਬਰਖ ਮਹੀਨਾ। ਹਾਂਜੀ। ਦਿਵਸ ਪਹਿਰ ਘਟਿਕਾ ਲਗ ਚੀਨਾ। ਹਜੂਰ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ, ਜੀਵੋ ਜੇਤਕ ਬਰਖ ਮਹੀਨਾ। ਜਿੰਨੇ ਸਾਲ ਉਮਰ ਲਿਖੀ ਹੈ, ਜਿੰਨੇ ਦਿਨ ਉਮਰ ਲਿਖੀ, ਜਿੰਨੇ ਮਹੀਨੇ ਲਿਖੀ ਹੈ, ਦਿਵਸ ਪਹਿਰ ਘਟਕਾ ਲਗ ਚੀਨਾ। ਲਿਖਿਆ ਹੋਇਆ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ, ਇੰਨੇ ਮਿੰਟ, ਇੰਨੇ ਜਿੰਦਾ ਰਹਿਣਾ। ਜੇਤਕ ਸਵਾਸ ਲੇਨ ਹੈ ਲਿਖੇ। ਮਹਾਰਾਜ ਕਹਿੰਦੇ, ਰਾਏ ਜੋਧ, ਜਿੰਨੇ ਸਵਾਸ ਲਿਖੇ ਗਏ ਵੀ ਆ ਸਵਾਸ ਲਿਖ ਦਿੱਤੇ ਵੀ ਇੰਨੇ ਸਵਾਸ ਲਿਖੇ ਆ। ਹਾਂਜੀ। ਤੇਤਕ ਲੇਨ ਹੇਤ ਜੀਅਤ ਤਿਨ ਵਿਖੈ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਫਿਰ ਤੇਤਕ ਲੇਤ ਜੀਅਤ ਤਨ ਤਿਨ ਵਿਖੈ। ਓਨੇ ਹੀ ਬੰਦਾ ਲੈ ਸਕਦਾ, ਵੱਧ ਘੱਟ ਨਹੀਂ ਲੈ ਸਕਦਾ। ਸਵਾਸਾਂ ਦੀ ਖੇਡ ਹੈ ਜੀ। ਹਾਂਜੀ। ਬਾਹਰ ਨਾ ਹੋਵੇ ਅਲਪ ਉਦਾਰਾ। ਸਵਾਸ ਨਾ ਵੱਧਦੇ ਐ ਤੇ ਨਾ ਘਟਦੇ ਐ ਪਿਆਰਿਆ। ਕਰਨੈ ਹਾਰ ਨਾ ਭੂਲਨ ਹਾਰਾ। ਰੱਬ ਕੋਲੋਂ ਕਦੀ ਭੁੱਲ ਨਹੀਂ ਹੁੰਦੀ। ਮਹਾਰਾਜ ਕਹਿੰਦੇ ਰਾਏ ਜੋਧ,
ਰੱਬ ਜੋ ਕਰਦਾ ਹੈ ਉਹ ਠੀਕ ਕਰਦਾ ਹੈ। ਹਾਂਜੀ, ਸੋ ਛਿਨ ਟਪਹਿ ਨਾ ਕਰਹਿ ਉਪਾਇਆ, ਕਰਹਿ ਭਰਮ ਤੇ ਮੋਹਤ ਮਾਇਆ। ਮਹਾਰਾਜ ਕਹਿੰਦੇ ਉਹ ਜੋ ਹੋਣਾ ਹੈ, ਉਹ ਹੋ ਹੀ ਜਾਂਦਾ ਹੈ। ਤੇ ਬੰਦਾ ਐਵੇਂ ਹੀ ਮੋਹ ਵਿੱਚ ਪੈ ਕੇ ਪਰਮੇਸ਼ਰ ਨੂੰ ਵੀ ਦੋਸ਼ ਦਿੰਦਾ ਹੈ ਤੇ ਦੂਜਿਆਂ ਨੂੰ ਵੀ ਦੋਸ਼ ਦਿੰਦਾ ਹੈ। ਹੁਣ ਵੇਖੋ, ਜੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਮਰੀ ਹੋਈ ਗਾਂ ਨੂੰ ਜਿਉਂਦਾ ਕਰ ਸਕਦੇ ਤੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤ ਨੂੰ ਵੀ ਜਿਉਂਦਾ ਕਰ ਸਕਦੇ ਸੀ। ਮਹਾਰਾਜ ਵੀ ਕਹਿ ਸਕਦੇ ਉੱਠ ਗੁਰਦਿੱਤੇ, ਤੇ ਬਾਬੇ ਗੁਰਦਿੱਤੇ ਹੋਣਾ ਉੱਠ ਕੇ ਬਹਿ ਜਾਣਾ ਸੀ, ਪਰ ਭਾਣੇ 'ਚ ਦਖਲ ਨਹੀਂ ਦਿੱਤਾ ਜੀ। ਹਾਂਜੀ, ਜਾਂ ਤੇ ਲਖੋ ਨਾ ਕਾਰਨ ਕੋਈ, ਹਾਂਜੀ, ਜੋ ਬਿਧ ਕਰਤ ਸਹ ਸਿਰ ਸੋਈ। ਇਸ ਕਰਕੇ ਕਾਰਨ ਨਾ ਸਮਝੋ, ਜਿਸ ਤਰ੍ਹਾਂ ਉਹ ਪਰਮੇਸ਼ਰ ਕਰਦਾ ਹੈ ਉਸ ਤਰ੍ਹਾਂ ਹੀ ਹੁੰਦਾ ਹੈ, ਉਹ ਹੀ ਸਹੀ ਹੁੰਦਾ ਹੈ। ਕ੍ਰਿਤ ਪਰਮੇਸ਼ਰ ਕੀ ਸਭ ਜਾਣੈ, ਦੁੱਖ ਸੁੱਖ ਪਰਮੇਸ਼ਰ ਦਾ ਹੀ ਕੀਤਾ ਹੋਇਆ ਹੈ। ਬੰਦੇ ਦੇ ਕਰਮਾਂ ਅਨੁਸਾਰ ਪਰਮੇਸ਼ਰ ਫਲ ਦੇ ਦਿੰਦਾ। ਕਰਹਿ ਅਪਰ ਇਹ ਮੂਰਖ ਮਾਨੈ। ਮੂਰਖ ਲੋਕ ਸਮਝਦੇ ਆ ਵੀ ਕੋਈ ਹੋਰ ਕਰਨ ਦੇ ਆ, ਪਰ ਮਹਾਰਾਜ ਕਹਿੰਦੇ ਇਹ ਗੱਲ ਨਹੀਂ ਹੈਗੀ। ਮਤਲਬ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਵੀ ਭਾਣਾ ਮੰਨਣ ਦਾ ਹੀ ਉਪਦੇਸ਼ ਦੇ ਰਹੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਭਾਣਾ ਮੰਨਣ ਦਾ ਉਪਦੇਸ਼ ਦੇ ਰਹੇ ਆ। ਹਾਂਜੀ, ਦੁੱਖ ਸੁਖ ਦੇਨ ਹਾਰ ਕਰਤਾਰਾ, ਅਪਰ ਨਹੀਂ ਕੋ ਜਗਤ ਮਝਾਰਾ। ਰਾਏ ਜੋਧ ਇਹ ਸਭ ਕੁਝ ਹੁਕਮ ਵਿੱਚ ਹੈ, ਇਹ ਹੋ ਕੇ ਹੀ ਰਹਿਣਾ। ਪਰਮੇਸ਼ਰ ਦੇ ਨਾਲ ਜੁੜੋ ਕਹਿੰਦੇ। ਧੰਨ ਹਨ ਸਾਡੇ ਸਤਿਗੁਰੂ ਜੀ, ਜਿਹੜੇ ਨਾ ਆਪ ਹੰਝੂ ਸੁੱਟਦੇ ਆ ਨਾ ਦੂਜਿਆਂ ਨੂੰ ਹੀ ਕਹਿੰਦੇ ਆ। ਆਪ ਬਹੁਤ ਉੱਚੀ ਅਵਸਥਾ ਹੈ, ਆਉਣ ਵਾਲਿਆਂ ਦੀ ਅਵਸਥਾ ਵੀ ਉੱਚੀ ਕਰ ਦਿੰਦੇ ਆ। ਆਪ ਮੁਕਤ ਮੋਹਿ ਤਾਰੇ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਐਸੇ ਗੁਰ ਕੋ ਬਲ ਬਲ ਜਾਈਐ। ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਦੇ ਸਰੀਰ ਤਿਆਗਣ ਦੇ ਉੱਤੇ ਸਭ ਨੂੰ ਸਮਝਾ ਰਹੇ ਹਨ, ਭਾਈ ਪਰਮੇਸ਼ਰ ਦਾ ਭਾਣਾ ਹੈ। ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ। ਜੋ ਮੇਰਾ ਵਾਹਿਗੁਰੂ ਕਰਦਾ ਹੈ ਉਹ ਠੀਕ ਕਰਦਾ ਹੈ, ਉਹ ਭਲੇ ਲਈ ਕਰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਾਰੀ ਸੰਗਤ ਪਿਆਰ ਨਾਲ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ